ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਹੋ, ਕੀ ਤੁਹਾਨੂੰ ਇਹ ਲੱਗਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਹਵਾ ਹੈ, ਜਾਂ ਲੋਕਾਂ ਦੇ ਜੋ ਸਵਾਲ ਹੁੰਦੇ ਨੇ ਕਿ ਟਿਕਟ ਨਹੀਂ ਮਿਲੀ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਅਲਵਿਦਾ ਕਿਹਾ? ਹੁਣ ਬ੍ਰਹਮਪੁਰਾ ਸਾਹਿਬ ਵਾਪਸ ਚਲੇ ਗਏ, ਢੀਂਡਸਾ ਸਾਹਿਬ ਬੀਜੇਪੀ ਨਾਲ ਚਲੇ ਗਏ। ਹੁਣ ਮੈਨੂੰ ਇਹ ਦੱਸੋ ਵੀ ਫਿਰ ਅਕਾਲੀ ਸੋਚ ਦਾ ਧਾਰਨੀ ਕੌਣ ਰਹਿ ਗਿਆ? ਫਿਰ ਇਹ ਤਾਂ ਉਹੀ ਗੱਲ ਹੋਈ ਕਿ ਅਸੀਂ ਤਾਂ ਮੂਸਾ ਭੱਜਿਆ ਮੌਤ ਤੋਂ ਤੇ ਮੌਤ ਅੱਗੇ ਖੜੀ। ਅੱਜ ਵੀ ਕਹਿੰਦੇ ਟਿਕਟ ਦਾ ਹੀ ਮਸਲਾ ਹੈ। ਬੱਬੀ ਬਾਦਲ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਕੋਟੇ ਦੇ ਵਿੱਚੋਂ ਟਿਕਟ ਨਹੀਂ ਮਿਲੀ, ਜਿਸ ਕਰਕੇ ਸ਼ਾਇਦ ਉਹ ਦੂਜੇ ਪਾਸੇ ਪਲਟੀ ਮਾਰ ਗਏ। ਟਿਕਟਾਂ ਮਿਲਦੀਆਂ, ਸ਼ਕਤੀਆਂ ਮਿਲਦੀਆਂ ਗੁਰੂ ਮਹਾਰਾਜ ਦੇ ਫਰਮਾਨ ਤੇ ਮਿਲਦੀਆਂ। ਆਹ ਗੱਲ ਅਖਵਾ ਦਿਓ ਮੈਨੂੰ ਤੇ ਮੈਂ ਸਿਆਸਤ ਛੱਡ ਦੂੰਗਾ। ਉਹਨਾਂ ਨੂੰ ਕਹੋ ਵੀ ਆਹ ਕਹਿ ਦੇਣ ਵੀ ਜਿਹਨੇ ਬੇਅਦਬੀ ਕੀਤੀ, ਜਿਹਨੇ ਬੇਅਦਬੀ ਕਰਾਈ ਤੇ ਜਿਹਨੂੰ ਬੇਅਦਬੀ ਦੇ ਦੋਸ਼ੀਆਂ ਦਾ ਪਤਾ ਸੀ ਪਰ ਜਿਹਨੇ ਕਾਰਵਾਈ ਨਹੀਂ ਕੀਤੀ ਉਹਦਾ ਕੱਖ ਨਾ ਰਹੇ। ਤੁਹਾਨੂੰ ਆਪਣਾ ਪਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਹਲਕਾ ਲੱਗਣ ਲੱਗ ਗਿਆ ਤੇ ਤੁਹਾਨੂੰ ਉਹ ਡੇਰੇ ਵਾਲਾ ਸਾਧ ਉਹ ਜ਼ਿਆਦਾ ਭਾਰੀ ਲੱਗਣ ਲੱਗ ਗਿਆ ਵੀ ਉਹਦੀਆਂ ਵੋਟਾਂ ਜ਼ਿਆਦਾ ਹੈ। ਗਲਤੀ ਮੈਥੋਂ ਹੋਈ ਹੈ, ਉਹਦੇ ਲਈ ਮੈਂ ਮਾਫੀ ਵੀ ਮੰਗਦਾ ਹਾਂ। ਪੰਜਾਬ ਨੂੰ ਡੁਬੋਇਆ ਸਭ ਨੇ ਰਲ ਕੇ ਹੈ, ਔਰ ਜ਼ਿਆਦਾ ਰਵਾਇਤੀ ਪਾਰਟੀਆਂ ਦੇ ਲੀਡਰਾਂ ਦਾ ਇਹਦੇ ਵਿੱਚ ਰੋਲ ਹੈ। ਨਵਜੋਤ ਸਿੱਧੂ ਨੂੰ ਆਪਦੇ ਗੁੱਸੇ 'ਤੇ ਕਾਬੂ ਨਹੀਂ। ਨਵਜੋਤ ਸਿੱਧੂ ਦਾ ਗੱਲ ਕਰਨ ਦਾ ਲਹਿਜ਼ਾ ਹੀ ਨਹੀਂ ਠੀਕ ਹੈਗਾ। ਉਧਰੋਂ ਮਜੀਠੀ ਹੈ ਤਾਂ ਉਹ ਚਿੱਟੇ ਦਾ ਵਪਾਰੀ ਹੈ। ਮੈਂ ਤੁਹਾਡੇ ਤੋਂ ਪੁੱਛਦਾ, ਤੁਸੀਂ ਦੱਸੋ ਮੈਨੂੰ ਕਿ ਪੰਥ ਨੂੰ ਖਤਰਾ ਨਹੀਂ ਅਕਾਲੀ ਦਲ ਬਾਦਲ ਤੋਂ? ਅਕਾਲੀ ਦਲ ਤੋਂ ਨਹੀਂ ਖਤਰਾ, ਬਾਦਲ ਪਰਿਵਾਰ ਤੋਂ ਖਤਰਾ ਹੈ। ਮੈਨੂੰ ਪਤਾ ਹੈ ਮੈਂ ਨਾ ਘਸਾਕ ਹੈ, ਨਾ ਮੈਨੂੰ ਕੁਝ ਮਿਲਣਾ। ਮੈਂ ਤਾਂ ਆਮ ਆਦਮੀ ਦਾ ਸਿਪਾਹੀ ਹਾਂ। ਇਹ ਸਰਕਾਰ ਬਣਾ ਕੇ ਮੈਂ ਤਾਂ ਮਾਫੀਆ ਉਜੜਦਾ ਦੇਖਣਾ। ਸਾਡੀ ਆਮ ਆਦਮੀ ਦੀ ਉਮੀਦਵਾਰ ਜਿੱਤੂਗੀ, ਕਿਉਂ ਉਹਨਾਂ ਨੂੰ ਕਿਉਂ ਨਹੀਂ ਵੋਟ ਪਾਉਣਗੇ? ਸਾਰੇ ਪਾਸੇ ਝਾੜੂ ਦੀ ਹਨੇਰੀ ਹੈ। ਸ਼੍ਰੋਮਣੀ ਅਕਾਲੀ ਦਲ ਮੈਨੂੰ ਨਾ ਪਿੱਛੇ ਜੇ ਖੜਾ ਨਜ਼ਰ ਆਉਂਦਾ ਹੈ ਲਾਈਨ ਦੇ। ਕਦੇ ਕੋਈ ਬੰਦਾ ਸੁਣਿਆ ਆਪਣੇ ਆਪ ਨੂੰ ਐਲਾਨ ਕਰਦਾ? ਸੁਖਬੀਰ ਬਾਦਲ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੇ ਆਪ ਨੂੰ ਐਲਾਨ ਕੀਤਾ, ਮੈਂ ਹਾਂ ਜੀ ਮੁੱਖ ਮੰਤਰੀ ਦਾ ਚਿਹਰਾ। ਆਮ ਆਦਮੀ ਕੋਲ ਇੱਕ ਜਾਦੂ ਦੀ ਛੜੀ ਨਹੀਂ, ਦੋ ਜਾਦੂ ਦੀਆਂ ਛੜੀਆਂ। ਇੱਕ ਦਾ ਨਾਂ ਕੇਜਰੀਵਾਲ ਹੈ, ਦੂਜੇ ਦਾ ਨਾਂ ਭਗਵੰਤ ਮਾਨ ਹੈ। ਮੈਂ ਸਾਰਿਆਂ ਨੂੰ ਕਿਹਾ, ਮੈਂ ਕਿਹਾ ਇਹ ਕੁਲਵੰਤ ਸਿੰਘ ਦੀ ਇਲੈਕਸ਼ਨ ਨਹੀਂ, ਇਹ ਮੇਰੀ ਇਲੈਕਸ਼ਨ ਹੈ। ਜੇ ਅੱਜ 1% ਵੀ ਢਿੱਲ ਹੁੰਦੀ ਹੈ ਤਾਂ ਸਮਝੋ ਇਹ ਮੇਰੇ ਲਈ ਇਹ ਮੌਤ ਹੈ। ਮੈਂ ਛੱਡਤਾ, ਮੈਂ ਕਿਹਾ ਇਹ ਅਕਾਲੀ ਨਹੀਂ, ਨਾ ਇਹਨਾਂ 'ਚ ਅਕਾਲੀ ਸੋਚ ਬਚੀ ਹੈ। ਇਹ ਇੱਕ ਕਾਰਪੋਰੇਸ਼ਨ ਬਣ ਗਈ ਹੈ। ਮਹਾਰਾਜ ਕੁਲਵੰਤ ਸਿੰਘ ਜੀ ਨੂੰ ਲੰਬੀ ਉਮਰ ਦੇਵੇ, ਕਾਮਯਾਬੀਆਂ ਦੇਵੇ। ਸਾਡੇ ਭਰਾ ਨੇ ਉਹ ਅੱਗੇ ਤਰੱਕੀਆਂ ਕਰਨ, ਮੰਤਰੀ ਬਣ, ਡਿਪਟੀ CM ਬਣ। ਉਹਨਾਂ ਚੰਨੀ ਜੀ ਕਿੱਥੋਂ ਕਿਤੇ ਮੰਤਰੀ ਤੋਂ ਵੀ ਲੈ ਰਹੇ ਸੀ, ਕਿਤੇ ਮੁੱਖ ਮੰਤਰੀ ਬਣ ਗਏ। ਤੁਸੀਂ ਵੇਖ ਰਹੇ ਹੋ ਦਾ ਅਨਮਿਊਟ। ਮੈਂ ਰਣਦੀਪ ਸਿੰਘ। ਚੋਣਾਂ ਸਿਰ ਤੇ ਨੇ ਤੇ ਸਿਆਸੀ ਪਾਰਟੀਆਂ ਦੇ ਆਗੂ ਲਗਾਤਾਰ ਪਾਰਟੀਆਂ ਬਦਲ ਰਹੇ ਨੇ। ਕਾਰਨ ਕੁਝ ਵੀ ਹੋ ਸਕਦੇ ਨੇ। ਤਾਜ਼ਾ ਜੇਕਰ ਗੱਲ ਕਰੀਏ ਤਾਂ ਬੱਬੀ ਬਾਦਲ, ਹਰਸੁਖਿੰਦਰ ਸਿੰਘ, ਜੋ ਕਦੇ ਸੁਖਬੀਰ ਸਿੰਘ ਬਾਦਲ ਦੇ ਪਰਛਾਵੇਂ ਦੇ ਵਾਂਗ ਵਿਚਰਦੇ ਸਨ, ਉਹਨਾਂ ਨੇ ਕਦੇ ਅਕਾਲੀ ਦਲ ਨੂੰ ਅਲਵਿਦਾ ਕਿਹਾ, ਫਿਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਾਲ ਗਏ, ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਢੀਂਡਸਾ ਪਰਿਵਾਰ ਦੇ ਨਾਲ ਰਹੇ। ਹੁਣ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲਿਆ ਹੈ। ਕੀ ਕਾਰਨ ਨੇ? ਕਿ ਢੀਂਡਸਾ ਪਰਿਵਾਰ ਦੇ ਨਾਲ ਕੋਈ ਨਾਰਾਜ਼ਗੀ ਹੈ ਜਾਂ ਕੋਈ ਹੋਰ ਵਜ੍ਹਾ ਹੈ? ਸਾਡੇ ਨਾਲ ਹਰਸੁਖਿੰਦਰ ਸਿੰਘ ਬੱਬੀ ਬਾਦਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਤੁਹਾਡਾ। ਅਨਮਿਊਟ ਚੈਨਲ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਬੀ ਬਾਦਲ ਜੀ, ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਹੀ ਕਿਹਾ, ਕਦੇ ਸੁਖਬੀਰ ਸਿੰਘ ਬਾਦਲ ਦੇ ਨਾਲ ਇੱਕ ਪਰਛਾਵੇਂ ਦੀ ਤਰ੍ਹਾਂ ਵਿਚਰਦੇ ਸੀ। ਬੜਾ ਗਹਿਰਾਈ ਸੀ ਤੁਹਾਡੀ, ਨੇੜਤਾ ਸੀ, ਪਿੱਛੋਂ ਪਿਛੋਕੜ ਵੀ ਇੱਕੋ ਪਰਿਵਾਰ ਦਾ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਿਹਾ। ਤੁਸੀਂ ਕਿਹਾ ਕਿ ਬੇਅਦਬੀਆਂ ਦਾ ਮੁੱਦਾ ਭਾਰੀ ਪੈ ਗਿਆ, ਬੇਅਦਬੀਆਂ ਹੋਈਆਂ, ਉਸ ਦਾ ਇਨਸਾਫ ਨਹੀਂ ਮਿਲਿਆ। ਹੁਣ ਕੀ ਵਜ੍ਹਾ ਹੈ? ਹੁਣ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਉਸ ਤੋਂ ਅਲੱਗ ਹੋ ਕੇ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਹੋ। ਕੀ ਤੁਹਾਨੂੰ ਇਹ ਲੱਗਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਹਵਾ ਹੈ, ਜਾਂ
ਲੋਕਾਂ ਦੇ ਜੋ ਸਵਾਲ ਹੁੰਦੇ ਨੇ ਕਿ ਟਿਕਟ ਨਹੀਂ ਮਿਲੀ, ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਅਲਵਿਦਾ ਆਖਿਆ? ਸਭ ਤੋਂ ਪਹਿਲੇ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ, ਤੁਸੀਂ ਬੜਾ ਨਿੱਘਰ ਸਵਾਲ ਪੁੱਛਿਆ ਹੈ ਔਰ ਬਹੁਤ ਹਰ ਇਨਸਾਨ ਦੇ ਮਨ ਦੇ ਵਿੱਚ ਇਹ ਸਵਾਲ ਹੋਊਗਾ। ਮੈਂ ਤੁਹਾਨੂੰ ਪਹਿਲਾਂ ਦੱਸ ਦਿਆਂ ਵੀ ਪਹਿਲਾਂ ਤਾਂ ਜਿੱਥੋਂ ਤੱਕ ਪਾਰਟੀਆਂ ਬਦਲਣ ਵਾਲੀ ਗੱਲ ਹੈ, ਦੇਖੋ ਮੈਂ ਬਾਦਲ ਪਰਿਵਾਰ ਨੂੰ ਛੱਡਿਆ, ਮੇਰਾ ਪਰਿਵਾਰ ਕਹਿੰਦਾ ਸੀ ਨਹੀਂ ਛੱਡਣਾ, ਮੇਰੇ ਸਿਰਫ ਜ਼ਮੀਰ ਮੇਰੀ ਕਹਿ ਰਹੀ ਸੀ ਕਿ ਨਹੀਂ ਛੱਡਣਾ ਹੈ। ਮੈਂ ਉਹ ਫੈਸਲਾ ਜਦੋਂ ਲਿਆ, ਮੈਨੂੰ ਲੋਕਾਂ ਨੇ ਕਿਹਾ ਯੂ ਹੈਵ ਮੇਡ ਅ ਬਲੰਡਰ ਮਿਸਟੇਕ, ਮੈਨੂੰ ਅੱਜ ਵੀ ਯਾਦ ਹੈ। ਲੇਕਿਨ ਮੈਂ ਆਪਣੀ ਮਨ ਦੀ, ਆਪਣੀ ਜ਼ਮੀਰ ਦੀ ਆਵਾਜ਼ ਸੁਣਨਾ ਸੀ। ਮੈਂ ਛੱਡਤਾ, ਮੈਂ ਕਿਹਾ ਇਹ ਅਕਾਲੀ ਨਹੀਂ, ਨਾ ਇਹਨਾਂ 'ਚ ਅਕਾਲੀ ਸੋਚ ਬਚੀ ਹੈ, ਇਹ ਇੱਕ ਕਾਰਪੋਰੇਸ਼ਨ ਬਣ ਗਈ ਹੈ, ਇਹ ਕਾਰਪੋਰੇਸ਼ਨ ਨੂੰ ਬਿਜ਼ਨਸ ਵਾਂਗ ਚਲਾ ਰਹੇ ਨੇ, ਪੁਰਾਣੇ ਅਕਾਲੀ ਪਰਿਵਾਰ ਸਾਈਡਾਂ 'ਤੇ ਸਿੱਟੇ ਜਾ ਰਹੇ ਨੇ, ਅਕਾਲੀ ਦਲ ਦਾ ਮਾਨ ਮੱਤਾ ਸ਼ਾਨ ਮੱਤਾ ਇਤਿਹਾਸ ਰੋਲ ਰਿਹਾ ਹੈ। ਇਸ ਕਰਕੇ ਜੀ ਮੈਂ ਉਸ ਟਾਈਮ 'ਤੇ ਅਕਾਲੀ ਦਲ ਟਕਸਾਲੀ ਹੀ ਇੱਕ ਅਕਾਲੀ ਦਲ ਸੀ, ਢੀਂਡਸਾ ਸਾਹਿਬ ਖੁਦ ਵੀ ਅਕਾਲੀ ਦਲ ਬਾਦਲ 'ਚ ਸੀ। ਮੈਂ ਅਕਾਲੀ ਦਲ ਬਾਦਲ ਛੱਡ ਕੇ ਜੋ ਟਕਸਾਲੀ 'ਚ ਬ੍ਰਹਮਪੁਰਾ ਸਾਹਿਬ ਨਾਲ ਆ ਗਿਆ, ਤਾਂ ਉਸ ਤੋਂ ਬਾਅਦ ਢੀਂਡਸਾ ਸਾਹਿਬ ਨੇ ਆ ਕੇ ਅਕਾਲੀ ਦਲ ਡੈਮੋਕ੍ਰੈਟਿਕ ਬਣਾ ਲਿਆ। ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ, ਬਾਪੂ ਜੀ ਤੁਸੀਂ ਦੋਵੇਂ ਇਕੱਠੇ ਹੋਵੋ। ਲੋਕ ਕਹਿੰਦੇ ਨੇ ਜੇ ਤੁਸੀਂ ਦੋਨੋਂ ਹੀ ਨਹੀਂ ਇਕੱਠੇ ਹੋ ਸਕਦੇ, ਜਦੋਂ ਤੁਹਾਡਾ ਸਟੈਂਡ ਇੱਕ ਹੈ, ਤੁਸੀਂ ਬਾਦਲ ਪਰਿਵਾਰ ਤੋਂ ਗੁਰਧਾਮਾਂ ਨੂੰ ਛਡਾਉਣਾ ਚਾਹੁੰਦੇ ਹੋ, ਤੁਸੀਂ ਇਹਨਾਂ ਮੁੱਦਿਆਂ 'ਤੇ ਤੁਸੀਂ ਐਕਸ਼ਨ ਪੰਜਾਬ ਔਰ ਪੰਥ ਲਈ ਲੜਾਈ ਲੜਦੇ ਹੋ, ਤੇ ਤੁਸੀਂ ਇਕੱਠੇ ਕਿਉਂ ਨਹੀਂ ਹੁੰਦੇ? ਅਸੀਂ ਇੱਥੋਂ ਤੱਕ ਕਿ ਉਦੋਂ ਮੇਰੇ ਜਿਹੜੇ ਰਿਲੇਸ਼ਨ ਸੀ, ਮੈਨੂੰ ਬ੍ਰਹਮਪੁਰਾ ਸਾਹਿਬ ਨੇ ਕਿਹਾ ਕਿ ਇਹ ਪਾਰਟੀ ਮੈਂ ਬਣਾਈ ਹੈ, ਮੈਂ ਜਿੱਦਾਂ ਮਰਜ਼ੀ ਕਰ ਸਕਦਾ, ਮੈਂ ਜਾ ਕੇ ਜਿੱਦਣ ਪ੍ਰਧਾਨਗੀ ਮੇਰੇ ਕੋਲ ਨਾ ਰਹੀ ਮੈਨੂੰ ਕਿਸੇ ਨੇ ਪੁੱਛਣਾ ਨਹੀਂ। ਅਸੀਂ ਇਨਸ਼ੋਰ ਕੀਤਾ ਕਿ ਇਹਨਾਂ ਦੀ ਬ੍ਰਹਮਪੁਰਾ ਸਾਹਿਬ ਦੀ ਪ੍ਰੋਪਰ ਉੱਥੇ ਗੱਲਬਾਤ ਹੋਵੇ। ਢੀਂਡਸਾ ਸਾਹਿਬ ਪ੍ਰਧਾਨ ਬਣੇ, ਉਹਨਾਂ ਦਾ ਰਲੇਵਾਂ ਹੋ ਗਿਆ। ਉਹ ਹੁਣ ਮੈਂ ਪਾਰਟੀ ਕਿੱਦਾਂ ਬਦਲ ਲਈ? ਹੁਣ ਜੇ ਪਾਰਟੀਆਂ ਦਾ ਦੋਵਾਂ ਦਾ ਰਲੇਵਾਂ ਹੋ ਜੇ, ਜਦੋਂ ਅਕਾਲੀ ਦਲ ਟਕਸਾਲੀ ਅਕਾਲੀ ਦਲ ਡੈਮੋਕ੍ਰੈਟਿਕ ਬਣ ਕੇ ਸੰਯੁਕਤ ਬਣ ਜੇ, ਤੇ ਫਿਰ ਆਪਾਂ ਪਾਰਟੀ ਛੱਡੀ ਥੋੜ੍ਹਾ, ਫਿਰ ਤਾਂ ਆਪਣੀ ਪਾਰਟੀ ਉਹੀ ਹੈ। ਸੋ ਉਸ ਤੋਂ ਬਾਅਦ ਹੁਣ ਬ੍ਰਹਮਪੁਰਾ ਸਾਹਿਬ ਵਾਪਸ ਚਲੇ ਗਏ, ਢੀਂਡਸਾ ਸਾਹਿਬ ਬੀਜੇਪੀ ਨਾਲ ਚਲੇ ਗਏ। ਹੁਣ ਮੈਨੂੰ ਇਹ ਦੱਸੋ ਵੀ ਫਿਰ ਅਕਾਲੀ ਸੋਚ ਦਾ ਧਾਰਨੀ ਕੌਣ ਰਹਿ ਗਿਆ? ਫਿਰ ਇਹ ਤਾਂ ਉਹੀ ਗੱਲ ਹੋਈ ਕਿ ਅਸੀਂ ਤਾਂ ਮੂਸਾ ਭੱਜਿਆ ਮੌਤ ਤੋਂ, ਤੇ ਮੌਤ ਅੱਗੇ ਖੜੀ। ਅਸੀਂ ਤਾਂ ਇਹ ਲੱਭਦੇ ਸੀ ਵੀ ਕੋਈ ਪੰਥਕ ਪਾਰਟੀ 'ਚ ਜਾਈਏ, ਤੇ ਪੰਥਕ ਪਾਰਟੀ ਅੱਗੇ ਕੀ ਮਿਲਦੀ ਹੈ ਵੀ ਬ੍ਰਹਮਪੁਰਾ ਜੀ ਵਾਪਸ ਚੱਕ ਕੇ ਜਾ ਕੇ ਉਹਨਾਂ ਨੇ ਤੱਕੜੀ ਚੱਕ ਲਈ, ਕਹਿੰਦੇ ਸੀ ਮੈਂ ਚੋਣ ਨਹੀਂ ਲੜਨੀ, ਚੋਣ ਲੜਨ ਲੱਗ ਗਏ। ਉੱਧਰੋਂ ਢੀਂਡਸਾ ਸਾਹਿਬ ਨੇ ਬੀਜੇਪੀ ਨਾਲ ਕਰ ਲਿਆ। ਫਿਰ ਮੈਨੂੰ ਤਾਂ ਲੱਗਿਆ ਕਿ ਆਮ ਆਦਮੀ ਹੀ ਐਸੀ ਪਾਰਟੀ ਹੈ ਜਿਹਦੇ ਵਿੱਚ ਪੰਥਕ ਸੋਚ ਹੋਰ ਹੋਵੇ ਤਾਂ ਜ਼ਿਆਦਾ ਅੱਛਾ ਹੈ, ਪੰਜਾਬ ਲਈ ਵੀ ਪੰਥ ਲਈ ਵੀ ਪੰਥਕ ਸੋਚ। ਇਸ ਕਰਕੇ ਮੈਂ ਬਹੁਤ ਕੁਝ ਸੋਚ ਕੇ ਆਪਣੇ ਲੋਕਾਂ ਦੀ ਮੈਂ ਆਵਾਜ਼ ਸੁਣੀ, ਉਹਨਾਂ ਦੇ ਮਨ ਦੀਆਂ ਗੱਲਾਂ ਮੈਂ ਪੁੱਛੀਆਂ। ਮੈਂ ਹਰ ਇੱਕ ਵਰਕਰ ਨੂੰ, ਛੋਟੇ ਤੋਂ ਛੋਟੇ ਬੰਦੇ ਨੂੰ ਵੀ ਮੈਂ ਪੁੱਛਿਆ, ਛੋਟੇ ਬੰਦੇ ਨੂੰ ਇਹ ਨਹੀਂ ਕਿ ਮਤਲਬ ਕਿਸੇ ਰੁਤਬੇ 'ਚ ਛੋਟੇ ਨੂੰ, ਕਿ ਜਿਹੜਾ ਕੋਈ ਵਰਕਰ ਸੀ, ਕੋਈ ਲੀਡਰ ਸੀ, ਕੋਈ ਮੀਤ ਪ੍ਰਧਾਨ ਸੀ, ਕੋਈ ਪ੍ਰਧਾਨ ਸੀ, ਮੈਂ ਸਾਰਿਆਂ ਤੋਂ ਮੈਂ ਇਹ ਪੁੱਛਿਆ ਕਿ ਦੱਸੋ ਕੀ ਹੋਣਾ ਚਾਹੀਦਾ ਹੈ। ਉਹਨਾਂ ਨੇ ਮੈਨੂੰ ਕਿਹਾ ਕਿ ਦੇਖੋ ਜੀ ਅੱਜ ਦੀ ਜਿਹੜੀ ਸਿਆਸਤ ਹੈ ਉਹਦੇ 'ਚ ਦੋ ਪੱਖ ਹੈ। ਇੱਕ ਪੱਖ ਹੈ ਕਿ ਆਮ ਆਦਮੀ ਪਾਰਟੀ ਸੱਚ ਹੈ, ਜਿਹੜੇ ਦੂਜੇ ਉਹ ਤਾਂ ਸਾਰੇ ਇਕੱਠੇ ਹੈ। ਤੁਸੀਂ ਗੱਲ ਕਰਦੇ ਹੋ ਕਿ ਮਤਲਬ ਕਾਂਗਰਸ, ਅਕਾਲੀ ਦਲ, ਇਹਨਾਂ ਦੀ ਤਾਂ ਸੈਟਿੰਗ ਚੱਲ ਰਹੀ ਹੈ। ਅੱਡ ਅੱਡ ਸੀਟਾਂ 'ਤੇ ਕੋਈ ਉਮੀਦਵਾਰ ਦੇ ਰਿਹਾ ਕਿ ਇੱਥੇ ਅਸੀਂ ਹਲਕਾ ਦੇ ਦਿੰਦੇ ਹਾਂ, ਤੁਸੀਂ ਭਾਰੀ ਦੇ ਦਿਓ, ਤੁਸੀਂ ਐਂ ਕਰੋ, ਤੁਸੀਂ ਫਲਾਨੀ ਸੀਟ 'ਤੇ ਸਾਨੂੰ ਜਿੱਤ ਲੈਣ ਦਿਓ। ਆਹ ਤਾਂ ਸੈਟਿੰਗਾਂ ਚੱਲ ਰਹੀਆਂ। ਤੁਸੀਂ ਰਣਜੀਤ ਸਿੰਘ ਬ੍ਰਹਮਪੁਰਾ ਦਾ ਜ਼ਿਕਰ ਕੀਤਾ, ਸੁਖਦੇਵ ਸਿੰਘ ਢੀਂਡਸਾ ਦਾ ਜ਼ਿਕਰ ਕੀਤਾ ਕਿ ਢੀਂਡਸਾ ਪਰਿਵਾਰ ਬੀਜੇਪੀ ਦੇ ਨਾਲ ਗੱਠਜੋੜ ਕਰ ਲੈਂਦਾ ਹੈ ਤੇ ਰਣਜੀਤ ਸਿੰਘ ਬ੍ਰਹਮਪੁਰਾ ਵਾਪਸ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚਲੇ ਜਾਂਦੇ ਨੇ। ਤੁਸੀਂ ਸੋਚਦੇ ਹੋ ਕਿ ਮੈਂ ਹੁਣ ਕਿੱਧਰ ਜਾਵਾਂ? ਇਹਨਾਂ ਦੇ ਨਾਲ ਤੁਸੀਂ ਆਏ ਸੀਗੇ, ਜਦੋਂ ਤੁਹਾਨੂੰ ਇਹ ਕਿਹਾ ਗਿਆ ਸੀ ਕਿ ਅਕਾਲੀ ਦਲ ਨੂੰ ਤੁਸੀਂ ਛੱਡ ਕੇ ਜਾ ਰਹੇ ਹੋ, ਬਲੰਡਰ ਮਿਸਟੇਕ ਕਰ ਰਹੇ ਹੋ, ਅੱਜ ਦੀ ਸਥਿਤੀ ਦੇ ਵਿੱਚ ਤੁਹਾਨੂੰ ਕੀ ਲੱਗਾ ਜਦੋਂ ਤੁਸੀਂ ਦੁਚਤੀ ਦੇ ਵਿੱਚ ਸੀ ਕਿ ਹੁਣ ਕਿਹੜੇ ਪਾਸੇ ਜਾਵਾਂ? ਆਮ ਆਦਮੀ ਪਾਰਟੀ ਦੀਆਂ ਪੰਜਾਬ ਪੱਖੀ ਨੀਤੀਆਂ ਕੁਝ ਚੰਗੀਆਂ ਸਨ? ਕੀ ਵਜ੍ਹਾ ਸੀ? ਤੁਹਾਨੂੰ ਕੀ ਲੱਗਾ ਕਿ ਆਮ ਆਦਮੀ ਪਾਰਟੀ ਪੰਜਾਬ ਦਾ ਕੁਝ ਭਲਾ ਕਰ ਸਕਦੀ ਹੈ? ਕਿਸ ਕਾਰਨ ਕਰਕੇ ਆਮ ਆਦਮੀ ਪਾਰਟੀ ਨੂੰ ਜੁਆਇਨ? ਮੈਂ ਦੇਖੋ, ਮੇਰੇ ਕੋਲ ਸਾਡੇ ਇੱਕ ਮੇਰੇ ਦੋਸਤ ਦੇ ਚਾਚਾ ਜੀ ਹੈ, ਉਹਨਾਂ ਦਾ ਮਿਰਜੇ ਕੇ ਸਾਈਡ ਪਿੰਡ ਹੈ, ਉਹ ਮੇਰੇ ਕੋਲ ਮਿਲਣ ਆਏ। ਉਹ ਬਾਹਰੋਂ ਅਮਰੀਕਾ ਤੋਂ ਆਏ ਹੋਏ ਆ। ਉਹਨਾਂ ਨੇ ਬੜੀ ਕਮਾਲ ਦੀ ਗੱਲ ਕਹੀ
ਮੈਨੂੰ ਕਹਿੰਦੇ ਕਿ ਜਦੋਂ ਵੀ ਕੇਜਰੀਵਾਲ ਸਾਹਿਬ ਜਾਂ ਭਗਵੰਤ ਮਾਨ ਬੋਲਦੇ ਆ, ਉਹਨਾਂ ਦੇ ਬੋਲਣ ਦਾ ਮੀਨਿੰਗ ਹੈ, ਕੋਈ ਉਹਨਾਂ ਦੇ ਜਿਹੜੇ ਬਿਆਨ ਹੈ ਉਹ ਮੀਨਿੰਗਫੁਲ ਹੁੰਦੇ ਆ, ਉਹਨਾਂ 'ਚ ਕੋਈ ਨਾ ਕੋਈ ਚੀਜ਼। ਬਾਕੀ ਕਹਿੰਦੇ ਵੀ ਸਾਰੇ ਇਹਨਾਂ ਦੇ ਤਾਂ ਲੜਾਈ ਹੈ, ਗਾਲਾਂ ਹੈ, ਇੱਕ ਦੂਜੇ 'ਤੇ ਦੂਸ਼ਣਬਾਜ਼ੀਆਂ। ਮੈਂ ਬੜਾ ਪ੍ਰਭਾਵਿਤ ਹੋਇਆ। ਮੈਂ ਕਿਹਾ ਵਾਕਿਆ ਹੀ ਜਿਵੇਂ ਹੁਣ ਕੇਜਰੀਵਾਲ ਸਾਹਿਬ ਨੇ ਗੱਲ ਕਰਨੀ ਹੈ ਸਕੂਲਾਂ ਦੀ, ਹਸਪਤਾਲਾਂ ਦੀ, ਸਸਤੀ ਬਿਜਲੀ ਦੀ, ਕਿਸ ਤਰ੍ਹਾਂ ਨਾਲ ਅਸੀਂ ਚੋਰੀ ਰੋਕ ਸਕਦੇ ਹਾਂ, ਅਸੀਂ ਮਾਫੀਆ ਨੂੰ ਖਤਮ ਕਰ ਸਕਦੇ ਹਾਂ, ਉਹਨਾਂ ਦੀਆਂ ਗੱਲਾਂ ਦਾ ਕੋਈ ਮਕਸਦ ਹੈ। ਮੈਨੂੰ ਲੱਗਿਆ ਕਿ ਅੱਜ ਇੱਕ ਕ੍ਰਾਂਤੀਕਾਰੀ ਇਲੈਕਸ਼ਨ ਹੈ। ਇਹ ਕ੍ਰਾਂਤੀਕਾਰੀ ਇਲੈਕਸ਼ਨ ਅੱਜ ਤੋਂ ਕਈ ਦਹਾਕਿਆਂ ਬਾਅਦ ਵੀ ਇਹਦੇ 'ਤੇ ਸਮੀਖਿਆ ਕੀਤੀ ਜਾਣੀ ਹੈ ਕਿ ਇਹ ਇਲੈਕਸ਼ਨ ਇੱਕ ਇਹੋ ਜਿਹਾ ਇਲੈਕਸ਼ਨ ਸੀ ਜਿਹਨੇ ਪੰਜਾਬ ਨੂੰ ਬਦਲ ਕੇ ਰੱਖਤਾ। ਔਰ ਮੈਂ ਇਹ ਸਮਝ ਰਿਹਾ ਸੀ, ਮੈਂ ਸਾਈਡਾਂ ਤੋਂ ਦੇਖ ਰਿਹਾ, ਇਹ ਬੜੀ ਕ੍ਰਾਂਤੀਕਾਰੀ ਚੋਣ ਹੋ ਰਹੀ ਹੈ ਕਿ ਕਿਉਂ ਨਾ ਮੈਂ ਜਾ ਕੇ ਮੈਂ ਆਪਣਾ ਰੋਲ ਨਿਭਾਵਾਂ, ਮੈਂ ਆਪਣੀ ਸੇਵਾ ਕਰਾਂ। ਆਪਾਂ ਜ਼ਰੂਰੀ ਨਹੀਂ ਹਰ ਬੰਦੇ ਨੂੰ ਕਿ ਮਾਨ ਸਨਮਾਨ ਜਾਂ ਝੰਡੀ ਹੀ ਲੱਗੀ ਹੋਵੇ ਤਾਂ ਕੋਈ ਕੁਛ ਹੁੰਦਾ ਹੈ। ਆਫਟਰ ਆਲ ਹਰ ਬੰਦਾ ਜਿਹੜਾ ਅਕਾਲ ਪੁਰਖ ਨੇ ਇਸ ਧਰਤੀ 'ਤੇ ਪਹੁੰਚਿਆ ਹੈ, ਉਹਨੂੰ ਇੱਕ ਸੋਚ ਦਿੱਤੀ ਹੈ, ਇੱਕ ਜ਼ਮੀਰ ਦਿੱਤਾ ਹੈ, ਉਹਦੀ ਉਸ ਦੇ ਹਿਸਾਬ ਨਾਲ ਜੋ ਤਿਲ ਫੁੱਲ ਆਪਾਂ ਪਾ ਸਕਦੇ ਹਾਂ ਆਪਾਂ ਹਿੱਸਾ ਪਾਵਾਂਗੇ ਵਿੱਚ। ਸੋ ਮੈਂ ਇਹ ਸੋਚ ਕੇ, ਤੁਸੀਂ ਦੇਖੋ ਮੇਰੇ ਸਾਰੇ ਜਿੰਨੇ ਸਾਥੀ ਸੀ ਮੋਹਾਲੀ ਦੇ, ਪੰਜਾਬ ਦੇ ਤਾਂ ਨਹੀਂ ਮੈਂ ਬੁਲਾ ਸਕਿਆ, ਮੋਹਾਲੀ ਦੇ ਮੇਰੇ ਬਹੁਤ ਸਾਥੀ ਮੇਰੇ ਨਾਲ ਗਏ ਸੀ ਔਰ ਸਾਰਿਆਂ ਨੇ ਇੱਕੋ ਗੱਲ ਕਹੀ। ਮੈਨੂੰ ਹੁਣ ਪੰਜਾਬ ਤੋਂ ਫੋਨ ਆ ਰਹੇ ਹੈ, ਲੋਕ ਨਾਰਾਜ਼ ਹੋ ਰਹੇ ਨੇ, ਭਾਜੀ ਤੁਸੀਂ ਸਾਡਾ ਨਾਂ ਕਿਉਂ ਨਹੀਂ ਪਾਇਆ ਲਿਸਟ 'ਚ, ਅਸੀਂ ਤੁਹਾਡੇ ਆਪਣੇ ਨਹੀਂ, ਅਸੀਂ ਵੀ ਛੱਡਿਆ, ਸਾਡਾ ਵੀ ਨਾਂ ਪਾਓ, ਅਸੀਂ ਵੀ ਆਮ ਆਦਮੀ ਜੁਆਇਨ ਕਰਦੇ। ਪਰ ਬੱਬੀ ਬਾਦਲ ਜੀ, ਲੋਕਾਂ ਦਾ ਸਵਾਲ ਹੈ ਇੱਥੇ ਇੱਕ, ਲੋਕ ਕਹਿੰਦੇ ਨੇ ਕਿ ਬੱਬੀ ਬਾਦਲ ਜਦੋਂ ਅਕਾਲੀ ਦਲ ਦੇ ਵਿੱਚ ਸਨ ਉਦੋਂ ਵੀ ਉਹ ਟਿਕਟ ਚਾਹੁੰਦੇ ਸਨ, ਕਿਤੇ ਨਾ ਕਿਤੇ ਉਹਨਾਂ ਨਾਲ ਵਾਅਦੇ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ, ਸੁਖਬੀਰ ਸਿੰਘ ਬਾਦਲ ਦੇ ਵੱਲੋਂ, ਪਰ ਉਸ ਸਮੇਂ ਉਹਨਾਂ ਨੂੰ ਟਿਕਟ ਨਾ ਮਿਲੀ। ਫਿਰ ਉਹ ਦੂਜੀ ਪਾਰਟੀ ਦੇ ਵਿੱਚ ਚਲੇ ਗਏ, ਢੀਂਡਸਾ ਸਾਹਿਬ ਦੇ ਨਾਲ ਜਾਂ ਫਿਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਾਲ। ਅੱਜ ਵੀ ਕਹਿੰਦੇ ਟਿਕਟ ਦਾ ਹੀ ਮਸਲਾ ਹੈ। ਬੱਬੀ ਬਾਦਲ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਕੋਟੇ ਦੇ ਵਿੱਚੋਂ ਟਿਕਟ ਨਹੀਂ ਮਿਲੀ, ਜਿਸ ਕਰਕੇ ਸ਼ਾਇਦ ਉਹ ਦੂਜੇ ਪਾਸੇ ਪਲਟੀ ਮਾਰ ਗਏ। ਮੇਰੀ ਇੱਕ ਬੇਨਤੀ ਹੈ, ਦੇਖੋ ਤਾਕਤ ਸਿਆਸੀ ਹੋਣੀ ਬੜੀ ਜ਼ਰੂਰੀ ਹੈ। ਮੈਂ ਨਹੀਂ, ਇੱਕ ਆਦਤ ਨਹੀਂ ਮੇਰੀ ਕਿ ਮੈਂ ਸਿਆਸੀ ਫਲਾਵਰੀ ਜਿਹੀਆਂ ਗੱਲਾਂ ਕਰਾਂ। ਆਪਾਂ ਗੱਲ ਕਰਦੇ ਹਾਂ ਕਿ ਸਿਆਸੀ ਤਾਕਤ ਹੋਣੀ ਜ਼ਰੂਰੀ ਹੈ, ਕਿਉਂ ਕਰਕੇ ਜਿਹੜੇ ਪਰਿਵਾਰ ਤੁਹਾਡੇ 'ਤੇ ਬੈਠੇ ਨੇ, ਤੁਹਾਡੇ ਵਾਸਤੇ ਤੁਹਾਡੇ ਨਾਲ ਖੜੇ ਨੇ, ਜੇ ਸਮਾਜ ਵਿੱਚ ਤੁਸੀਂ ਕੁਝ ਬਦਲਾਵ ਚਾਹੁੰਦੇ ਹੋ ਤਾਂ ਘੱਟੋ ਘੱਟ ਤੁਹਾਡੀ ਗੱਲਬਾਤ ਸੁਣੀ ਜਾਵੇ, ਇਸ ਕਰਕੇ ਜ਼ਰੂਰੀ ਹੈ। ਲੇਕਿਨ ਇਹ ਜ਼ਰੂਰੀ ਨਹੀਂ ਕਿ ਇਹ ਤਾਕਤ ਸਿਰਫ MLA ਬਣ ਕੇ ਹੀ ਮਿਲੇ। ਜਾਂ ਮੈਂ 20 ਸਾਲ 25 ਸਾਲ ਅਕਾਲੀ ਦਲ 'ਚ ਰਿਹਾ, ਮੈਂ ਉੱਥੇ ਟਿਕਟਾਂ ਤਾਂ ਨਹੀਂ ਮੰਗਦਾ ਰਿਹਾ, ਹਰ ਵਾਰ ਬਾਹਰਲੇ ਬੰਦੇ ਨੂੰ ਟਿਕਟ ਦਿੰਦੇ ਸੀ, ਮੈਂ ਤਾਂ ਕੰਮ ਹੀ ਕਰਦਾ ਸੀ। ਉਸ ਤੋਂ ਬਾਅਦ ਵੀ ਤੁਸੀਂ ਦੇਖੋ, ਹੁਣ ਵੀ ਜੇ ਮੈਂ ਤਾਂ ਸਮਝਦਾ ਗੁਰੂ ਮਹਾਰਾਜ ਦੀ ਮੇਰੇ 'ਤੇ ਮਿਹਰ ਸੀ, ਕਿਉਂ ਕਰਕੇ ਜਿਸ ਹਿਸਾਬ ਦੇ ਹਾਲਾਤ ਨੇ, ਜਿਹੜਾ ਕੋਈ ਸਾਡੇ ਬੋਝੇ 'ਚ ਕੋਈ ਸੀਗਾ 2-4 ਰੁਪਈਏ, ਅਸੀਂ ਉਹ ਵੀ ਲਾ ਬਹਿਨੇ ਸੀ ਟੈਲੀਫੋਨ ਨਿਸ਼ਾਨ 'ਤੇ ਮੈਨੂੰ ਲੱਗਦਾ ਵੀ ਪਿੰਡ ਵਾਲਿਆਂ ਨੇ ਕਹਿਣਾ ਸੀਗਾ ਵੀ ਤੁਹਾਡਾ ਭਾਜਪਾ ਨਾਲ ਹੈ, ਤੇ ਭਾਜਪਾ ਵਾਲਿਆਂ ਨੇ ਕਹਿਣਾ ਸੀ ਕਮਲ ਦਾ ਫੁੱਲ ਕਿੱਥੇ ਹੈ। ਤੇ ਮੈਨੂੰ ਤਾਂ ਬਚਾ ਲਿਆ ਮਹਾਰਾਜ ਨੇ। ਤੁਸੀਂ ਕਹਿੰਦੇ ਹੋ ਨਾਰਾਜ਼ਗੀ, ਮੈਂ ਤਾਂ ਕਹਿੰਦਾ ਮੈਂ ਬਚ ਗਿਆ। ਤੇ ਗੱਲ ਇਹ ਹੈ ਜੀ, ਮੈਂ ਕਿਸੇ ਨਾਰਾਜ਼ਗੀ ਨਾਲ ਨਹੀਂ ਆਇਆ। ਤੁਸੀਂ ਕਹਿੰਦੇ ਬਚ ਗਏ, ਫਿਰ ਬਚਣ ਦੇ ਵਿੱਚ ਦੇਰੀ ਕਿਉਂ ਹੋ ਗਈ? ਕਿਉਂਕਿ ਟਿਕਟਾਂ ਵੰਡੀਆਂ ਜਾ ਚੁੱਕੀਆਂ ਸੀ, ਲੋਕ ਤਾਂ ਸਵਾਲ ਕਰਨਗੇ ਨਾ ਕਿ ਹੁਣ ਬੰਦਾ ਕੋਈ ਹੋਰ ਖੜਾ ਕਰ ਦਿੱਤਾ ਹੈ, ਉਸ ਤੋਂ ਬਾਅਦ ਬੱਬੀ ਬਾਦਲ ਇੱਧਰ ਗਏ ਨੇ। ਤੁਸੀਂ, ਮੈਂ ਦੱਸਦਾ, ਜੇ ਮੈਂ ਉਦੋਂ ਪਹਿਲਾਂ ਆ ਜਾਂਦਾ ਤਾਂ ਉਹਨਾਂ ਨੇ ਕਹਿਣਾ ਸੀ ਇਹ ਟਿਕਟ ਲੈਣ ਵਾਸਤੇ ਆਇਆ। ਇਹ ਨਹੀਂ ਹੱਲ ਹੋ ਸਕਦਾ ਮਸਲਾ। ਦੇਖੋ ਟਿਕਟਾਂ ਮਿਲਦੀਆਂ, ਸ਼ਕਤੀਆਂ ਮਿਲਦੀਆਂ ਗੁਰੂ ਮਹਾਰਾਜ ਦੀ ਫਰਮਾਨ 'ਤੇ ਮਿਲਦੀਆਂ। ਇਹ ਬੰਦੇ ਦੀ ਆਪਦੀ ਚਲਾਕੀ ਨਾਲ, ਜਾਂ ਤੁਸੀਂ ਕਹਿ ਲਓ, ਇਹ ਮੈਂ ਤਾਂ ਬਹੁਤ ਸਾਲਾਂ ਤੋਂ ਦੇਖ ਰਿਹਾ। ਹੁਣ ਆ ਚੰਨੀ ਜੀ ਕਿੱਥੋਂ ਕਿਤੇ ਮੰਤਰੀ ਤੋਂ ਵੀ ਲੈ ਰਹੇ ਸੀ, ਕਿਤੇ ਮੁੱਖ ਮੰਤਰੀ ਬਣ ਗਏ। ਇਹ ਕੋਈ ਉਹਨਾਂ ਦੀ ਲਿਆਕਤ ਥੋੜ੍ਹਾ, ਇਹ ਤਾਂ ਅਕਾਲ ਪੁਰਖ ਦੀ ਮਿਹਰ ਹੈ। ਜੇ ਹੁਣ ਤੁਸੀਂ ਦੇਖੋ ਭਗਵੰਤ ਮਾਨ ਇੱਕ ਮਿਡਲ ਕਲਾਸ ਘਰ ਦਾ ਉਹ ਜੰਪਲ ਹੈ, ਤੇ ਅੱਜ ਮਹਾਰਾਜ ਨੇ ਕਿੰਨੀ ਮਿਹਰ ਕੀਤੀ ਹੈ। ਮੁੱਖ ਮੰਤਰੀ ਹੋਣ ਵਾਲੇ ਮੁੱਖ ਮੰਤਰੀ ਨੇ ਉਹ, ਹਾਂਜੀ। ਕੱਲ੍ਹ ਨੂੰ ਹਰਾ ਪੈਨ ਜਦੋਂ ਉਹਨਾਂ ਦੇ ਕੋਲ ਹੋਇਆ, ਲੱਖਾਂ ਬੰਦਿਆਂ ਦੀਆਂ ਕਿਸਮਤਾਂ ਉਹਨਾਂ ਦੇ ਇੱਕ ਦਕਸ਼ਤ ਨਾਲ ਬਦਲਣੀਆਂ ਨੇ। ਇਹ ਗੁਰੂ ਮਹਾਰਾਜ ਦੀਆਂ ਮਿਹਰਾਂ ਹੁੰਦੀਆਂ। ਇਹ ਆਮ ਆਦਮੀ ਪਾਰਟੀ ਵਾਰ-ਵਾਰ ਕਹਿ ਰਹੀ ਹੈ ਕਿ ਅਸੀਂ ਪੰਜਾਬ ਦੀ ਤਸਵੀਰ ਬਦਲ ਦਿਆਂਗੇ। ਕਾਂਗਰਸ ਵੀ ਕਹਿ ਰਹੀ ਹੈ ਕਿ ਅਸੀਂ ਥੋੜ੍ਹੇ ਸਮੇਂ ਦੇ ਵਿੱਚ ਚੰਨੀ ਸਾਹਿਬ ਦੇ 111 ਦਿਨਾਂ ਦੇ ਵਿੱਚ ਅਸੀਂ ਵੱਡੇ ਕੰਮ ਕਰ ਦਿੱਤੇ, ਪਹਿਲਾਂ ਕੈਪਟਨ ਸਾਹਿਬ ਨੇ ਕੁਝ ਨਹੀਂ ਕੀਤਾ।
ਪੰਜਾਬ ਡੁੱਬਦਾ ਜਾ ਰਿਹਾ, ਪੰਜਾਬ ਨੂੰ ਬਚਾਉਣ ਦੀ ਜ਼ਰੂਰਤ ਹੈ, ਸਾਰੀਆਂ ਸਿਆਸੀ ਧਿਰਾਂ ਇਹੀ ਗੱਲ ਕਹਿ ਰਹੀਆਂ ਨੇ। ਬੱਬੀ ਜੀ, ਤੁਸੀਂ ਲਗਭਗ ਵੱਡੀਆਂ ਸਿਆਸੀ ਧਿਰਾਂ ਦੇ ਨਾਲ ਵਿਚਰ ਚੁੱਕੇ ਹੋ। ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਰਹੇ ਤੁਸੀਂ ਸੁਖਦੇਵ ਸਿੰਘ ਢੀਂਡਸਾ ਦੇ ਨਜ਼ਦੀਕੀ ਰਹੇ, ਹੁਣ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ। ਤੁਹਾਨੂੰ ਸਵਾਲ ਇਹ ਹੈ ਕਿ ਆਖਰਕਾਰ ਪੰਜਾਬ ਡੁਬੋਇਆ ਕਿਸ ਨੇ? ਅੱਜ ਗੱਲਾਂ ਤਾਂ ਹੋ ਰਹੀਆਂ ਨੇ ਕਿ ਪੰਜਾਬ ਨੂੰ ਬਚਾਉਣ ਦੀ ਜ਼ਰੂਰਤ ਹੈ, ਪੰਜਾਬ ਨੂੰ ਬਚਾਉਣ ਦੀ ਜ਼ਰੂਰਤ ਹੈ। ਪੰਜਾਬ ਨੂੰ ਡੁਬੋਇਆ ਕਿਸ ਨੇ? ਮੈਂ ਦੱਸਦਾ ਜੀ, ਪੰਜਾਬ ਨੂੰ ਡੁਬੋਇਆ ਸਭ ਨੇ ਰਲ ਕੇ ਹੈ, ਔਰ ਜ਼ਿਆਦਾ ਰਵਾਇਤੀ ਪਾਰਟੀਆਂ ਦੇ ਲੀਡਰਾਂ ਦਾ ਇਹਦੇ ਵਿੱਚ ਰੋਲ ਹੈ। ਤੁਸੀਂ ਇਹ ਦੇਖੋ ਤੁਸੀਂ ਕਿ ਸਿਸਟਮ ਹੈ ਇੱਕ, ਜੇ ਇੱਕ ਸਿਸਟਮ ਚੱਲ ਰਿਹਾ ਹੈ, ਉਹ ਸਿਸਟਮ ਦੇ ਨਾਲ ਜਿਹੜੀ ਵੀ ਫਾਈਲ ਜਾਂਦੀ ਹੈ, ਅਫਸਰ ਉਹਦੇ ਵਿੱਚ, ਮੰਤਰੀ ਉਹਦੇ ਵਿੱਚ ਨੋਟਾਂ ਦੀਆਂ ਗੱਥੀਆਂ ਨੂੰ ਦੇਖ ਰਿਹਾ, ਬੰਦਾ ਫਾਈਲ ਨੂੰ ਨਹੀਂ ਦੇਖ ਰਿਹਾ, ਬੰਦਾ ਇਹ ਦੇਖ ਰਿਹਾ ਇਹਦੇ 'ਚੋਂ ਮੈਂ ਕੀ ਕੱਢ ਸਕਦਾ। ਇਹ ਇੱਕ ਸੋਚ ਬਣ ਗਈ ਹੈ। ਇਸ ਨੂੰ ਆਪਰੇਸ਼ਨ ਨਾਲ ਬਦਲਿਆ ਜਾ ਸਕਦਾ, ਟੀਕਿਆਂ ਨਾਲ ਨਹੀਂ ਇਹ ਬਿਮਾਰੀ ਠੀਕ ਹੋਣੀ। ਇਹਨੂੰ ਇੱਕ ਵੱਡਾ ਆਪਰੇਸ਼ਨ ਕਰਨਾ ਪੈਣਾ ਹੈ। ਪੰਜਾਬ ਦੇ ਲੋਕ ਇਹ ਆਪਰੇਸ਼ਨ ਕਰਨ ਨੂੰ ਹੁਣ ਤਿਆਰ ਬੈਠੇ ਨੇ। ਆਮ ਆਦਮੀ ਪਾਰਟੀ ਮੋਹਰੀ ਭੂਮਿਕਾ ਨਿਭਾਏਗੀ ਇਸ operation ਆਮ ਦੇ ਵਿੱਚ। ਆਦਮੀ ਪਾਰਟੀ, ਭਗਵੰਤ ਮਾਨ ਜੀ ਮੋਹਰੀ ਭੂਮਿਕਾ ਨਿਭਾਉਣਗੇ, ਕੇਜਰੀਵਾਲ ਜੀ, ਰਾਘਵ ਚੱਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ। ਔਰ ਮੈਂ ਇਹ ਕਹਿੰਦਾ ਕਿ ਹੁਣ ਤੁਸੀਂ ਦੇਖੋ, ਕੁਝ ਲੋਕ ਮੈਨੂੰ ਕਹਿੰਦੇ ਸਰਦਾਰ ਕੁਲਵੰਤ ਸਿੰਘ ਪੈਸੇ ਵਾਲੇ ਕੈਂਡੀਡੇਟ ਹੈ ਤੇ ਤੁਸੀਂ ਇਹਨਾਂ ਲਈ ਇੰਨਾ ਹੀ ਸ਼ਿੱਦਤ ਨਾਲ ਲੱਗੇ ਹੋਏ ਹੋ। ਮੈਂ ਕੱਲ੍ਹ ਤੋਂ ਹੀ ਮੈਂ ਸਾਰਿਆਂ ਨੂੰ ਕਿਹਾ, ਮੈਂ ਕਿਹਾ ਇਹ ਕੁਲਵੰਤ ਸਿੰਘ ਦੀ ਇਲੈਕਸ਼ਨ ਨਹੀਂ, ਇਹ ਮੇਰੀ ਇਲੈਕਸ਼ਨ ਹੈ। ਜੇ ਅੱਜ 1% ਵੀ ਢਿੱਲ ਹੁੰਦੀ ਹੈ ਤਾਂ ਸਮਝੋ ਇਹ ਮੇਰੇ ਲਈ ਇਹ ਮੌਤ ਹੈ। ਇਹ ਮੈਂ ਉਹ ਕਹਿੰਦੇ ਜੀ ਇਹ ਤਾਂ ਜੀ ਕੱਲ੍ਹ ਨੂੰ ਜੀ ਇਹਨਾਂ ਨੇ ਸੀਟ ਨਹੀਂ ਛੱਡਣੀ। ਮੈਂ ਕਿਹਾ ਕੋਈ ਗੱਲ ਨਹੀਂ, ਫਿਰ ਕੀ ਹੈ, ਆਪਾਂ ਇੱਕ ਮਾਫੀਆ ਰਾਜ ਪੱਟਣਾ ਇੱਥੋਂ। ਅਸੀਂ ਕਹਿੰਦੇ ਹਾਂ ਮਹਾਰਾਜ ਕੁਲਵੰਤ ਸਿੰਘ ਜੀ ਨੂੰ ਲੰਬੀ ਉਮਰ ਦੇਵੇ, ਕਾਮਯਾਬੀਆਂ ਦੇਵੇ। ਸਾਡੇ ਭਰਾ ਨੇ, ਉਹ ਅੱਗੇ ਤਰੱਕੀਆਂ ਕਰਨ, ਮੰਤਰੀ ਬਣ, ਡਿਪਟੀ CM ਬਣ, ਵਾਹਿਗੁਰੂ ਮਿਹਰ ਕਰੇ। ਲੇਕਿਨ ਅਸੀਂ ਆਮ ਆਦਮੀ ਦੇ ਪ੍ਰਤਿਆਸ਼ੀ ਨੂੰ ਜੇ ਨਹੀਂ ਜਿਤਾਵਾਂਗੇ ਫਿਰ ਸਰਕਾਰ ਕਿੱਦਾਂ ਬਣੂਗੀ? ਸਾਰੇ ਪੰਜਾਬੀਆਂ ਨੂੰ ਮੇਰੀ ਇਹ ਬੇਨਤੀ ਹੈ, ਤੁਸੀਂ ਇਹ ਨਾ ਸੋਚਿਓ ਕਿ ਜੇ ਅਸੀਂ ਇੱਥੇ ਨਾ ਵੋਟ ਪਾਵਾਂਗੇ ਤਾਂ ਸ਼ਾਇਦ ਸਰਕਾਰ ਬਾਹਰ ਬਣ ਜੂਗੀ। ਇੱਕ ਇੱਕ ਵੋਟ ਝਾੜੂ ਨੂੰ ਪਊਗੀ ਤਾਂ ਇਹ ਸਰਕਾਰਾਂ ਬਣਨਗੀਆਂ, ਤਾਂ ਇਹ ਆਪਰੇਸ਼ਨ ਹੋਊਗਾ, ਤਾਂ ਤੁਹਾਡੇ ਜੀਵਨ ਪੱਧਰ ਬਦਲਣਗੇ। ਜੇ ਇੱਕ ਬੰਦਾ ਘੌਲ ਨਾ ਕਰੇ, ਤੇ ਜੇ ਘੌਲ ਕਰਤੀ ਇਹ ਤਾਂ ਸਾਰੇ ਇਕੱਠੇ ਬੈਠੇ ਨੇ, ਅਰਬਾਂ ਰੁਪਈਆ ਇਹਨਾਂ ਕੋਲੇ। ਬੱਬੀ ਜੀ, ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਕਰਨ ਦੀ ਗੱਲ ਕਰ ਰਹੇ ਹੋ, ਮੋਹਾਲੀ ਸੀਟ ਦੀ ਗੱਲ ਕੀਤੀ। ਬਲਬੀਰ ਸਿੰਘ ਸਿੱਧੂ ਕਹਿੰਦੇ ਨੇ ਕਿ ਅਸੀਂ ਬੜੇ ਕੰਮ ਕੀਤੇ ਆਪਣੇ ਸਮੇਂ ਦੇ ਦੌਰਾਨ। ਹੁਣ ਉਹਨਾਂ ਦੇ ਸਾਹਮਣੇ ਕੁਲਵੰਤ ਸਿੰਘ ਨੇ। ਤੁਹਾਨੂੰ ਕੀ ਲੱਗਦਾ ਹੈ, ਇਹਨਾਂ ਦੋਨਾਂ ਦੇ ਵਿੱਚ ਟੱਕਰ ਹੈ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਬਸਪਾ ਨੇ ਜਿਹੜਾ ਉਮੀਦਵਾਰ ਖੜਾ ਕੀਤਾ ਉਹ ਵੀ ਤੁਹਾਨੂੰ ਕਿਤੇ ਨਜ਼ਰ ਆਉਂਦਾ ਹੈ? ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਤੁਹਾਨੂੰ ਕਿੱਥੇ ਖੜਾ ਨਜ਼ਰ ਆਉਂਦਾ ਹੈ? ਸ਼੍ਰੋਮਣੀ ਅਕਾਲੀ ਦਲ ਮੈਨੂੰ ਨਾ ਪਿੱਛੇ ਜੇ ਖੜਾ ਨਜ਼ਰ ਆਉਂਦਾ ਹੈ ਲਾਈਨ ਦੇ, ਜਿੱਥੇ ਕਿ ਉਹ ਜਿਵੇਂ ਲਾਈਨ ਲੱਗੀ ਹੁੰਦੀ ਹੈ ਤੇ ਕੋਈ ਬੰਦਾ ਜਿਹਦਾ ਪਿੱਛੇ ਥੋੜਾ ਜਿਹਾ ਕੋਈ ਉਹ ਪੱਗ ਜੀ ਹੀ ਨਜ਼ਰ ਆਉਂਦੀ ਹੈ, ਕਿਉਂ ਕਰਕੇ ਉਹ ਕਾਫੀ 4-5 ਥਾਵਾਂ ਅੱਗੇ ਕਵਰਡ ਹੁੰਦੀਆਂ। ਔਰ ਉਹ ਵੀ ਸ਼ੁਕਰਗੁਜ਼ਾਰ ਕਹਿ ਲਓ ਵੀ ਮਜੀਠੀਆ ਜੀ ਔਰ ਸੁਖਬੀਰ ਜੀ ਦੀਆਂ ਪਾਲਿਸੀਆਂ ਦੇ ਉੱਥੇ ਤੱਕ ਪਹੁੰਚ ਗਿਆ ਉਹ। ਤੇ ਮੈਂ ਇਹ ਕਹਿੰਦਾ ਕਿ ਦੇਖੋ, ਆਮ ਆਦਮੀ ਬਹੁਤ ਸੁਚੱਜੇ ਗੱਲਾਂ ਨਾਲ, ਦੇਖੋ ਕੌਣ ਗੱਲ ਕਰਦਾ ਸੀ, ਸਕੂਲਾਂ ਦੀ ਗੱਲ, ਹਸਪਤਾਲਾਂ ਦੀ ਗੱਲ, ਇਹ ਕੌਣ ਕਰਦਾ ਸੀ? ਇਹ ਸਭ ਤੋਂ ਪਹਿਲਾਂ ਕੇਜਰੀਵਾਲ ਜੀ ਨੇ ਕਰਨੀ ਸ਼ੁਰੂ ਕੀਤੀ। ਹੁਣ ਇਹਨਾਂ ਪਾਰਟੀਆਂ ਨੂੰ ਲੱਗਦਾ ਹੈ ਕਿ ਜੇ ਇੱਕ ਵਾਰ ਦਿੱਲੀ ਵਾਂਗੂ ਇੱਕ ਵਾਰ ਵੀ ਇਹਨਾਂ ਦੀ ਸਰਕਾਰ ਬਣ ਗਈ, ਫਿਰ ਇਹਨਾਂ ਨੇ ਅੱਗੇ ਜਾਣਾ ਹੀ ਨਹੀਂ। ਇਸ ਕਰਕੇ ਇਹਨਾਂ ਨੂੰ ਇਹ ਡਰ ਹੈ, ਤਾਂ ਕਰਕੇ ਇਹ ਚਾਹੁੰਦੇ ਨੇ ਕਿ ਅਸੀਂ ਜਿਵੇਂ ਮਰਜ਼ੀ ਰੋਕੀਏ, ਇਹਨਾਂ ਨੂੰ ਰਲ ਮਿਲ ਕੇ ਰੋਕੀਏ। ਹੁਣ ਗੱਲ ਇਹ ਹੈ ਕਿ ਦੇਖੋ, ਚੰਡੀਗੜ੍ਹ ਦੇ ਵਿੱਚ ਆਮ ਆਦਮੀ ਦੇ ਸਭ ਤੋਂ ਵੱਧ MC ਸੀ, ਪਰ ਇਹਨਾਂ ਨੇ ਕਿੱਦਾਂ ਸਕੀਮ ਲਾ ਕੇ, ਕਿੱਦਾਂ ਹੇਰਾਫੇਰੀ ਨਾਲ ਉਹ ਮੇਅਰ ਬਣਾਏ। ਹੁਣ ਮੈਂ ਤੁਹਾਨੂੰ ਇਹ ਦੱਸਾਂ, ਇਹ ਲੋਕਾਂ ਦੇ ਹੱਥ 'ਚ ਹੈ ਕਿ ਲੋਕਾਂ ਦਾ ਜਿਹੜਾ ਫਤਵਾ ਹੈ ਉਹਨੂੰ ਕੋਈ ਚੋਰੀ ਨਾ ਕਰ ਲੇ। ਵੀਰੋ, ਐਡਾ ਕੁ ਭਾਰੀ ਫਤਵਾ ਦਿਓ ਮੇਰੀਓ ਭੈਣੋ, ਮੇਰੇ ਵੀਰੋ, ਬਜ਼ੁਰਗੋ, ਨੌਜਵਾਨੋ, ਇੰਨਾ ਭਾਰੀ ਫਤਵਾ ਦਿਓ ਕਿ ਉਹਦੇ ਨਾਲ ਖਿਲਵਾੜ ਨਾ ਹੋ ਸਕੇ। ਜੇ 19-21 ਦਾ ਫਰਕ ਰਹਿ ਗਿਆ, ਇਹਨਾਂ ਨੇ ਆਪਾਂ ਨੂੰ ਨਹੀਂ ਉੱਥੇ ਤੱਕ ਪਹੁੰਚਣ ਦੇਣਾ। ਇਸ ਕਰਕੇ ਮੇਰੀ ਬੇਨਤੀ ਹੈ ਕਿ ਵੱਧ ਤੋਂ ਵੱਧ ਧੜੱਲੇ ਨਾਲ, ਖਾਸ ਕਰਕੇ ਸਾਰੇ ਜਿਹੜੇ ਹਲਕਿਆਂ ਦੇ ਵਿੱਚ ਆਮ ਆਦਮੀ ਦੇ ਜਿਹੜੇ ਕੈਂਡੀਡੇਟ ਆ, ਉਹਨਾਂ ਨੂੰ
ਇੱਕ ਨੋਟ ਦਿਓ, ਇੱਕ ਵੋਟ ਦਿਓ, ਕਿਉਂ ਕਰਕੇ ਨੋਟਾਂ ਦੀ ਵੀ ਇਹ ਭਰਮਾਰ ਇਹਨਾਂ ਕੋਲ ਹੈ। ਆਮ ਆਦਮੀ ਕੋਲ ਨੋਟ ਨਹੀਂ ਹੈਗੇ। ਆਮ ਆਦਮੀ ਤਾਂ ਵਿਚਾਰੀ ਹੱਥ ਪਿੱਛੇ ਬੰਨ੍ਹ ਕੇ ਉਹ ਕਾਠ ਦੀ ਤਲਵਾਰ ਨਾਲ। ਪਰ ਵਿਰੋਧੀ ਧਿਰਾਂ ਤਾਂ ਇਲਜ਼ਾਮ ਲਗਾ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਉੱਪਰ ਕਿ ਆਮ ਆਦਮੀ ਪਾਰਟੀ ਨੇ ਇਸ ਵਾਰ ਧਨਾੜ ਲੋਕਾਂ ਨੂੰ ਟਿਕਟਾਂ ਦਿੱਤੀਆਂ ਨੇ, ਜਿੱਥੋਂ ਪਿਛਲੇ ਸਮੇਂ ਦੌਰਾਨ ਟਿਕਟਾਂ ਵੇਚਣ ਦਾ ਇਲਜ਼ਾਮ ਵੀ ਲੱਗਦਾ ਰਿਹਾ। ਦੇਖੋ ਮੈਂ ਤੁਹਾਨੂੰ ਦੱਸਾਂ, ਇੱਕ ਅੱਧੀ ਪ੍ਰੈਸ ਕਾਨਫਰੰਸ 'ਚ ਮੈਂ ਵੀ ਇਹ ਗਲਤੀ ਮੈਥੋਂ ਹੋਈ ਹੈ। ਉਹਦਾ ਕਾਰਨ ਇਹ ਸੀ ਕਿ ਜਦੋਂ ਕੋਈ ਚੀਜ਼ ਤੁਸੀਂ ਚਾਹੁੰਦੇ ਹੋ ਉਹ ਤੁਹਾਨੂੰ ਨਾ ਮਿਲੇ, ਤੁਹਾਨੂੰ ਗੁੱਸਾ ਆਉਂਦਾ ਹੈ, ਔਰ ਗੁੱਸਾ ਆਉਂਦਾ ਹੈ ਤਾਂ ਤੁਹਾਡੇ ਮੂੰਹ 'ਚੋਂ ਕਈ ਵਾਰ ਗਲਤ ਗੱਲ ਨਿਕਲ ਜਾਂਦੀ ਹੈ। ਉਹਦੇ ਲਈ ਮੈਂ ਮਾਫੀ ਵੀ ਮੰਗਦਾ, ਲੇਕਿਨ ਮੈਂ ਇਹ ਕਹਿਣਾ ਹੈ ਕਿ ਦੇਖੋ ਜਿਹੜੇ ਰਾਜ ਵਿੱਚ ਲੋਕ ਰਹਿੰਦੇ ਆ ਨਾ, ਉਹਨਾਂ ਦੇ ਸਿਰ ਵੱਡੇ ਵੱਡੇ ਹੋ ਜਾਂਦੇ ਆ, ਉਹਨਾਂ ਨੂੰ ਸਕੀਮਾਂ ਆਉਣ ਲੱਗ ਜਾਂਦੀਆਂ, ਉਹਨਾਂ ਦਾ ਸੋਚ ਪ੍ਰੋਸੈਸ ਹੀ ਪੋਜ਼ਿਟਿਵ ਨਹੀਂ ਹੁੰਦਾ, ਨੈਗੇਟਿਵ ਹੁੰਦਾ। ਉਹਨਾਂ ਨੂੰ ਇਹ ਹੁੰਦਾ ਹੈ ਕਿ ਕਿਸ ਤਰ੍ਹਾਂ ਆਪਾਂ ਦੁਬਾਰਾ ਰਾਜ ਭਾਗ 'ਚ ਬਣੇ ਰਹਿਣਾ ਹੈ। ਉਹਨਾਂ ਨੇ ਕੀ ਕਰਨਾ ਹੈ, ਜਿਵੇਂ ਬਰਾਦਰੀ ਹੈ, ਉਹਨਾਂ ਨੇ ਬਰਾਦਰੀਆਂ ਨੂੰ ਪਾੜਨਾ ਹੈ, ਸਮਾਜ ਨੂੰ ਪਾੜਨਾ ਹੈ। ਜੇ ਕੋਈ ਸਿੱਖ ਹੈ ਜਾਂ ਹਿੰਦੂ ਕੈਂਡੀਡੇਟ ਦੇ ਦੇਣਾ, ਧਰਮ ਦੀ ਰਾਜਨੀਤੀ ਕਰਨੀ ਹੈ। ਕਿੱਥੇ ਆਪਾਂ ਚਾਹੁੰਦੇ ਹਾਂ ਕਿ ਸਾਰਾ ਸਮਾਜ, ਪੰਜਾਬ ਸਾਡਾ ਇੱਕ ਗੁਲਦਸਤਾ ਹੈ, ਸਾਰੇ ਭਾਈਚਾਰੇ ਉਹਦੇ ਵਿੱਚ ਹੈ, ਸਾਰੇ ਇਕੱਠੇ ਰਹਿਣ, ਖੁਸ਼ਹਾਲ ਰਹਿਣ। ਇਹ ਕਹਿੰਦੇ ਹੈ ਕਿ ਵੋਟ ਤਾਂ ਮਿਲੂਗੀ ਜੇ ਇੱਕ ਦੂਜੇ ਨਾਲ ਲੜਨ, ਇੱਕ ਦੂਜੇ ਨਾਲ ਤਲਵਾਰਾਂ ਕੱਢ ਲੈਣ, ਉਹਨੂੰ ਤੂੰ ਸਾਂਭ ਲਾ, ਇਹਨਾਂ ਨੂੰ ਮੈਂ ਸਾਂਭ ਲੈਣਾ। ਇਹੋ ਜਿਹੀਆਂ ਲੂੰਬੜ ਚਾਲਾਂ ਚੱਲਦੇ ਨੇ ਇਹ। ਆਮ ਆਦਮੀ ਪਾਰਟੀ ਦੇ ਕੋਲ ਕਿਹੜੀ ਐਸੀ ਜਾਦੂ ਦੀ ਛੜੀ ਹੈ ਜਿਸ ਨਾਲ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਖੁਸ਼ਹਾਲ ਬਣਾ ਸਕਦੀ ਹੈ? ਪੰਜਾਬ ਦੇ ਉੱਪਰ ਕਰੋੜਾਂ ਦਾ ਕਰਜ਼ਾ ਚੜ੍ਹਿਆ ਹੋਇਆ ਹੈ। ਰਵਾਇਤੀ ਪਾਰਟੀਆਂ ਤੇ ਇਲਜ਼ਾਮ ਲੱਗ ਰਹੇ ਨੇ ਕਿ ਰਵਾਇਤੀ ਪਾਰਟੀਆਂ ਦੀਆਂ ਗਲਤ ਨੀਤੀਆਂ ਕਾਰਨ ਇਹ ਕਰਜ਼ਾ ਚੜ੍ਹਿਆ ਹੋਇਆ ਹੈ। ਬਿਲਕੁਲ। ਹੁਣ ਆਮ ਆਦਮੀ ਪਾਰਟੀ ਕੋਲ ਕਿਹੜੀ ਜਾਦੂ ਦੀ ਛੜੀ ਹੈ ਕਿ ਹੁਣ ਪੰਜਾਬ ਦੇ ਵਿੱਚ ਸੁਧਾਰ ਹੋ ਜਾਏਗਾ, ਬਹੁਤ ਜਲਦੀ ਸੁਧਾਰ ਹੋ ਜਾਏਗਾ? ਆਮ ਆਦਮੀ ਕੋਲ ਇੱਕ ਜਾਦੂ ਦੀ ਛੜੀ ਨਹੀਂ, ਦੋ ਜਾਦੂ ਦੀਆਂ ਛੜੀਆਂ। ਇੱਕ ਦਾ ਨਾਂ ਕੇਜਰੀਵਾਲ ਹੈ, ਦੂਜੇ ਦਾ ਨਾਂ ਭਗਵੰਤ ਮਾਨ ਹੈ। ਕਿਉਂ ਕਰਕੇ ਮੱਛੀ ਹਮੇਸ਼ਾ ਸਿਰ ਤੋਂ ਗਲਦੀ ਹੈ, ਸਿਸਟਮ ਹਮੇਸ਼ਾ ਮੁੱਖ ਮੰਤਰੀ ਤੋਂ ਖਰਾਬ ਹੁੰਦਾ ਹੈ। ਜੇ ਬੰਦਾ ਇਮਾਨਦਾਰ ਆ ਕੇ ਬੈਠ ਜੇ, ਭਗਵੰਤ ਮਾਨ ਜੀ ਬੈਠੇ ਨੇ, ਕੇਜਰੀਵਾਲ ਜੀ ਬੈਠੇ ਨੇ, ਤੇ ਕਿਹੜਾ SHO ਹੈ ਜਿਹੜਾ ਪੈਸੇ ਖਾਜੂ ਹੈ, ਕਿਹੜਾ SSP ਹੈ ਜਿਹੜਾ, ਜਦੋਂ ਤੁਸੀਂ SSP ਨੂੰ ਲਾ ਰਹੇ ਹੋ, ਪੈਸੇ ਲੈ ਕੇ ਲਾ ਰਹੇ ਹੋ, ਤੇ ਤੁਸੀਂ ਉਹਨੂੰ ਖੁੱਲੀ ਛੁੱਟੀ ਦੇ ਰਹੇ ਹੋ ਕਿ ਤੂੰ 5 ਗੁਣਾ ਹੋਰ ਕਮਾ ਲਾ। ਉਹਨੇ ਫਿਰ ਝੂਠੇ ਪਰਚੇ ਦਰਜ ਕਰਨੇ ਆ, ਪਬਲਿਕ ਨੂੰ ਤੰਗ ਕਰਨਾ। ਉਹਨੇ ਫਿਰ SHOਆਂ ਨੂੰ ਕਹਿਣਾ, SHOਆਂ ਨੇ ਫਿਰ ਆਮ ਪਬਲਿਕ ਨੂੰ ਲੁੱਟਣਾ। ਤੇ ਕਿੱਥੇ ਤੁਸੀਂ ਇਮਾਨਦਾਰੀ ਨਾਲ ਤੁਸੀਂ ਅਫਸਰ ਲਾਓ ਤੇ ਖਿੱਚ ਲਓ ਉਹਨਾਂ ਨੂੰ, ਕੋਈ ਉਲਟਾ ਲਟਕਾ ਦਾਂਗੇ ਜਿਹਨੇ ਰੁਪਈਆ ਵੀ ਫੜ ਲਿਆ ਕਿਸੇ ਤੋਂ। ਘਰ ਜਾ ਕੇ ਰਿਪੋਰਟ ਲਿਖ ਕੇ ਲਿਆਓ ਬੰਦਿਆਂ ਤੋਂ। ਤੇ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਭਾਜੀ, ਇਹ ਸਾਰੇ ਜਿਹੜੇ ਪੈਸੇ ਗਾਇਬ ਹੋਏ ਨੇ, ਇਹ ਆਪਾਂ ਨੂੰ ਪਤਾ ਹੈ ਵੀ ਇਹ ਕਿੱਥੇ ਗਾਇਬ ਹੋਏ ਨੇ। ਇਹ ਲੋਕਾਂ ਦੀਆਂ ਜੇਬਾਂ 'ਚ ਗਏ ਨੇ। ਤੁਸੀਂ ਕਹਿੰਦੇ ਹੋ ਦੋ ਜਾਦੂ ਦੀਆਂ ਛੜੀਆਂ ਨੇ, ਕੇਜਰੀਵਾਲ ਤੇ ਭਗਵੰਤ ਮਾਨ। ਹਾਂਜੀ। ਰਵਾਇਤੀ ਪਾਰਟੀਆਂ ਇਹ ਸਵਾਲ ਕਰ ਰਹੀਆਂ ਨੇ ਕਿ ਕੇਜਰੀਵਾਲ ਤਾਂ ਆਪ ਹੀ ਭਗਵੰਤ ਮਾਨ ਨੂੰ CM ਚਿਹਰਾ ਨਹੀਂ ਸੀ ਐਲਾਨਣਾ ਚਾਹੁੰਦੇ, ਤਾਂ ਉਹਨਾਂ ਦੀ ਮਜਬੂਰੀ ਹੋ ਗਈ, ਕਿਸੇ ਮਜਬੂਰੀ ਕਾਰਨ ਉਹਨਾਂ ਨੇ ਐਲਾਨਿਆ। ਅਸਲ 'ਚ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ। ਤੁਹਾਨੂੰ ਕੀ ਲੱਗਦਾ? ਦੇਖੋ, ਕੇਜਰੀਵਾਲ ਸਾਹਿਬ ਬੜੇ ਸਿਆਣੇ ਨੇ। ਉਹ ਕਹਿ ਰਹੇ ਨੇ ਕਿ ਇਹ ਕਿਉਂ ਲਿਖਾਇਆ ਇੱਕ ਮੌਕਾ ਕੇਜਰੀਵਾਲ ਨੂੰ, ਸਿੱਧਾ ਕਿਉਂ ਨਹੀਂ ਕਿਹਾ ਜਾਂਦਾ ਇੱਕ ਮੌਕਾ ਭਗਵੰਤ ਮਾਨ ਨੂੰ ਜਾਂ ਆਮ ਆਦਮੀ ਪਾਰਟੀ ਨੂੰ? ਯਾਰ ਨੈਸ਼ਨਲ ਪਾਰਟੀ ਹੈ, ਤੁਸੀਂ ਕਿਹੋ ਜਿਹੀ ਗੱਲ ਕਰਦੇ ਹੋ? ਰਾਹੁਲ ਗਾਂਧੀ ਕਿਉਂ ਬੈਠਾ ਹੈ? ਸੋਨੀਆ ਗਾਂਧੀ ਕਿਉਂ ਚੇਅਰਪਰਸਨ ਹੈ? ਜਿਹੜੀਆਂ ਕਾਂਗਰਸ ਦੀਆਂ ਟਿਕਟਾਂ ਦਿੱਤੀਆਂ ਜਾਂਦੀਆਂ। ਜਿਹੜੀ ਆਪਣੇ BJP ਹੈ, ਉਹ ਗਜਿੰਦਰ ਸ਼ੇਖਾਵਤ ਕੌਣ ਹੈ? ਜੋਧਪੁਰ ਦਾ MP ਹੈ। ਉਦੋਂ ਬਾਅਦ ਕੌਣ ਹੈ ਉੱਥੇ? ਮੋਦੀ ਜੀ ਦੇ ਚਿਹਰਾ ਕਿਉਂ ਲੱਗਦਾ ਇੱਥੇ ਸਾਰੇ ਥਾਵਾਂ 'ਤੇ? ਇੱਕ ਮੌਕਾ ਕੇਜਰੀਵਾਲ ਨੂੰ ਲਿਖਾਇਆ ਸੀ ਜਦੋਂ ਭਗਵੰਤ ਮਾਨ ਜੀ ਨੂੰ ਐਲਾਨ ਨਹੀਂ ਸੀ ਕੀਤਾ ਅਜੇ, ਤੇ ਜਦੋਂ ਭਗਵੰਤ ਮਾਨ ਜੀ ਨੂੰ ਐਲਾਨ ਕਰਤਾ, ਫਿਰ ਤੁਸੀਂ ਦੇਖੋ, ਮੈਂ ਐਡੀ ਹਾਸੋਹੀਣੀ ਦੇਖੀ ਹੈ ਸਥਿਤੀ। ਕਦੇ ਕੋਈ ਬੰਦਾ ਸੁਣਿਆ ਆਪਣੇ ਆਪ ਨੂੰ ਐਲਾਨ ਕਰਦਾ? ਸੁਖਬੀਰ ਬਾਦਲ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੇ ਆਪ ਨੂੰ ਐਲਾਨ ਕੀਤਾ, ਮੈਂ ਹਾਂ ਜੀ ਮੁੱਖ ਮੰਤਰੀ ਦਾ ਚਿਹਰਾ। ਉਹ ਤਾਂ ਇਹ ਵੀ ਕਹਿ ਰਹੇ ਨੇ ਕਿ ਆਹ ਦਿੱਲੀ ਤੋਂ ਜਿਹੜੇ ਟੋਪੀਆਂ ਵਾਲੇ ਨੇ, ਇਹਨਾਂ ਤੋਂ ਬਚਣ ਦੀ ਲੋੜ ਹੈ ਪੰਜਾਬ ਨੂੰ।
ਹਾਂ ਉਹ ਤਾਂ ਹੁਣ ਇਹ ਵੀ ਕਹਿਣਗੇ ਨਾ ਵੀ ਸਾਰਿਆਂ ਤੋਂ ਬਚ ਕੇ ਤੁਸੀਂ ਸਾਡੇ ਛਾਬੇ ਥੱਲੇ ਆ ਜਾਓ। ਅਸੀਂ ਸਾਰਾ ਕੁਝ ਜਿਵੇਂ ਪਹਿਲਾਂ ਅਸੀਂ 12-15 ਸਾਲ ਅਸੀਂ ਵਧੀਆ ਸਾਡਾ ਜਿਹੜੇ ਹੋਟਲ ਟਰਾਂਸਪੋਰਟਾਂ ਬਣ ਗਈਆਂ। ਹੁਣ ਉਹ ਕਾਕਾ ਜੀ ਆਸਤੇ ਜੇ ਕੋਈ ਘਾਟ ਵੀ ਰਹਿ ਗਈ ਹੈ, ਵੈਸੇ ਤਾਂ ਕੋਈ ਰਹੀ ਨਹੀਂ। ਮੈਂ ਸਮਝਦਾ ਵੀ ਪਤਾ ਨਹੀਂ ਮਹਾਰਾਜ ਕਈ ਵਾਰ ਬੰਦੇ ਨੂੰ ਇਹੋ ਜਿਹਾ ਲੋਭ ਦੇ ਦਿੰਦਾ ਜਿਹੜਾ ਪੂਰਾ ਹੀ ਨਹੀਂ ਹੁੰਦਾ। ਮੈਂ ਹੈਰਾਨ ਹੈ ਵੀ ਇਹ ਪੈਸਾ ਅਖੀਰ ਫਿਰ ਬੈਂਕਾਂ 'ਚ ਹੀ ਪਿਆ ਰਹਿਣਾ, ਕਿਉਂ ਕਰਕੇ ਲਾ ਤਾਂ ਸਕਦੇ ਨਹੀਂ, ਉਹੋ ਜੀ ਕਮਾਈ ਹੈ। ਕੱਲ ਦਿੱਲੀ ਤੋਂ ਪਰਮਜੀਤ ਸਿੰਘ ਸਰਨਾ ਭਰਾ ਚੰਡੀਗੜ੍ਹ ਆਏ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਅਕਾਲੀ ਦਲ ਨੂੰ ਵੋਟ ਨਾ ਪਾਓ। ਅਕਾਲੀ ਦਲ ਤੋਂ ਉਹਨਾਂ ਨੇ ਕਿਹਾ ਕਿ ਪੰਥ ਨੂੰ ਬਹੁਤ ਵੱਡਾ ਖਤਰਾ ਹੈ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਹੁਣੀ ਲੰਮੇ ਸਮੇਂ ਤੋਂ ਕਹਿੰਦੇ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਪੰਥਕ ਪਾਰਟੀ ਹੈ ਜਿਹੜੀ ਪੰਥ ਦਾ ਸੋਚਦੀ ਹੈ। ਇੱਥੋਂ ਤੱਕ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਵੀ ਪਿਛਲੇ ਸਮੇਂ ਦੌਰਾਨ ਹਮਾਇਤ ਕੀਤੀ। ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਵਾਕਿਆ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਪੰਥ ਨੂੰ ਖਤਰਾ ਹੈ? ਤੁਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹੇ ਹੋ, ਕੀ ਸ਼੍ਰੋਮਣੀ ਅਕਾਲੀ ਦਲ ਨੇ ਵਾਕਿਆ ਪੰਥ ਦਾ ਵੱਡਾ ਨੁਕਸਾਨ ਕੀਤਾ? ਦੇਖੋ, ਮੈਂ ਤੁਹਾਡੇ ਤੋਂ ਪੁੱਛਦਾ, ਤੁਸੀਂ ਦੱਸੋ ਮੈਨੂੰ ਕਿ ਪੰਥ ਨੂੰ ਖਤਰਾ ਨਹੀਂ ਅਕਾਲੀ ਦਲ ਬਾਦਲ ਤੋਂ? ਅਕਾਲੀ ਦਲ ਤੋਂ ਨਹੀਂ ਖਤਰਾ, ਬਾਦਲ ਪਰਿਵਾਰ ਤੋਂ ਖਤਰਾ ਹੈ। ਸਭ ਤੋਂ ਪਹਿਲਾਂ ਇਹ ਦੱਸੋ ਮੈਨੂੰ, ਅਕਾਲੀ ਦਲ ਦੀ ਸਰਕਾਰ ਹੋਵੇ, ਸਤਨਾਮ ਵਾਹਿਗੁਰੂ ਕਰਦੇ ਗੁਰਸਿੱਖ ਬੰਦਿਆਂ ਤੇ ਗੋਲੀਆਂ ਚੱਲਣ, ਡੀਜੀਪੀ ਲਾਇਆ ਹੋਵੇ ਸੁਮੇਧ ਸੈਣੀ, ਫਿਰ ਕਹਿੰਦੇ ਐ ਜੀ ਅਸੀਂ ਬੇਅਦਬੀ ਦੇ ਬੰਦੇ ਫੜ ਕੇ ਅੰਦਰ ਦੇ ਦੇਣੇ ਸੀ, ਸਾਡੇ ਤੇ ਪ੍ਰੈਸ਼ਰ ਪਾਇਆ ਕਿ ਤੁਸੀਂ ਸੀਬੀਆਈ ਨੂੰ ਦਿਓ। ਸੀਬੀਆਈ ਨੂੰ ਤੁਸੀਂ ਤਾਂ ਦਿੱਤਾ ਵੀ ਸੈਂਟਰ 'ਚ ਬੀਜੇਪੀ ਤੁਹਾਡੀ ਭਾਈਵਾਲ ਬੈਠੀ ਸੀ, ਤੁਸੀਂ ਉਹਦੇ ਤੋਂ ਜੋ ਮਰਜ਼ੀ ਲੇਟ ਕਰਵਾ ਸਕਦੇ ਸੀ, ਕਿਸੇ ਨੂੰ ਛੁਡਵਾ ਸਕਦੇ ਸੀ, ਕਿਸੇ ਨੂੰ। ਸੱਚ ਬੋਲੋ। ਸੱਚ ਇਹ ਹੈ ਕਿ ਤੁਸੀਂ ਵੋਟਾਂ ਲੈਣੀਆਂ ਚਾਹੁੰਦੇ ਸੀ ਬਠਿੰਡੇ ਤੋਂ ਔਰ ਪੰਜਾਬ ਤੋਂ, ਡੇਰਾ ਸੱਚਾ ਸੌਦਾ ਦੀਆਂ ਵੋਟਾਂ ਦੀ ਤੁਹਾਨੂੰ ਉਹ ਸੀ, ਤਾਂ ਹੀ ਤੁਸੀਂ ਉਹਨਾਂ ਦੇ ਬੰਦਿਆਂ ਨੂੰ ਫੜ ਨਹੀਂ ਸੀ ਰਹੇ। ਤੁਹਾਨੂੰ ਆਪਣਾ ਪਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਹਲਕਾ ਲੱਗਣ ਲੱਗ ਗਿਆ ਤੇ ਤੁਹਾਨੂੰ ਉਹ ਡੇਰੇ ਵਾਲਾ ਸਾਧ ਉਹ ਜ਼ਿਆਦਾ ਭਾਰੀ ਲੱਗਣ ਲੱਗ ਗਿਆ ਵੀ ਉਹਦੀਆਂ ਵੋਟਾਂ ਜ਼ਿਆਦਾ ਹੈ। ਤੇ ਗੱਲ ਇਹ ਹੈ ਸਰਦਾਰ ਸਾਹਿਬ ਕਿ ਜਿਹੜੀ ਪਾਰਟੀ ਐਸਜੀਪੀਸੀ ਨੂੰ ਕੰਟਰੋਲ ਕਰਦੀ ਹੋਵੇ, ਉਹ ਉਹਨਾਂ ਗੁਰਸਿੱਖ ਹਰ ਕਦੇ ਕੋਈ ਗੱਲ ਹੁੰਦੀ ਹੈ ਤੇ ਐਸਜੀਪੀਸੀ ਦੇ ਵਫਦ ਜਾਂਦੇ ਨੇ, ਉਹ ਜਿਹੜੇ 2 ਸਿੰਘ ਮਾਰੇ ਗਏ ਉਹਨਾਂ ਦੇ ਪਰਿਵਾਰਾਂ ਨੂੰ ਇਹਨਾਂ ਨੇ ਐਸਜੀਪੀਸੀ 'ਚ ਕਿਉਂ ਨਹੀਂ ਨੌਕਰੀਆਂ ਦਿੱਤੀਆਂ? ਉਹਨਾਂ ਦੇ ਪਰਿਵਾਰਾਂ ਲਈ ਕੀ ਕਰਤਾ ਪੰਥ ਨੇ? ਪਰ ਬਾਦਲ ਸਾਹਿਬ, ਜਦੋਂ ਵੀ ਗੱਲ ਚੱਲਦੀ ਹੈ, ਹਰਸਿਮਰਤ ਕੌਰ ਬਾਦਲ ਦਾ ਵੀ ਬਿਆਨ ਆਉਂਦਾ ਹੈ, ਸੁਖਬੀਰ ਸਿੰਘ ਬਾਦਲ ਦਾ ਵੀ ਬਿਆਨ ਆਉਂਦਾ ਹੈ ਕਿ ਬੇਅਦਬੀ ਮਾਮਲੇ ਦੇ ਉੱਪਰ ਜੇ ਕਿਸੇ ਨੇ ਬੇਅਦਬੀ ਕਰਾਈ ਹੈ ਜਾਂ ਕੋਈ ਰਾਜਨੀਤੀ ਕਰਦਾ ਹੈ, ਉਹਦਾ ਕੱਖ ਨਾ ਰਹੇ। ਇਸ ਬਾਰੇ ਤੁਹਾਡਾ ਕੀ ਕਹਿਣਾ? ਮੈਂ ਦੱਸਦਾ, ਥੋੜਾ ਜਿਹਾ ਨਾ ਇਹਨੂੰ ਥੋੜਾ ਜਿਹਾ ਮੋਡੀਫਾਈ ਕਰ ਲੈਣ। ਉਹ ਇਹ ਕਹਿਣ ਵੀ ਜਿਹਨੇ ਬੇਅਦਬੀ, ਉਹ ਕਹਿੰਦੇ ਆ ਜਿਹਨੇ ਬੇਅਦਬੀ ਕੀਤੀ ਹੈ, ਉਹਨਾਂ ਨੂੰ ਤੁਸੀਂ ਕਹੋ ਵੀ ਜਿਹਨੇ ਬੇਅਦਬੀ ਕੀਤੀ ਹੈ, ਜਿਹਨੇ ਬੇਅਦਬੀ ਕਰਾਈ ਹੈ, ਤੇ ਜਿਹਨੂੰ ਬੇਅਦਬੀ ਦੇ ਦੋਸ਼ੀਆਂ ਬਾਰੇ ਪਤਾ ਸੀ ਤੇ ਜਿਹਨੇ ਫੜਿਆ ਨਹੀਂ, ਉਹਦਾ ਕੱਖ ਨਾ ਰਵੇ। ਆਹ ਗੱਲ ਅਖਵਾ ਦਿਓ ਮੈਨੂੰ ਤੇ ਮੈਂ ਸਿਆਸਤ ਛੱਡ ਦੂੰਗਾ। ਉਹਨਾਂ ਨੂੰ ਕਹੋ ਵੀ ਆਹ ਕਹਿ ਦੇਣ ਵੀ ਜਿਹਨੇ ਬੇਅਦਬੀ ਕੀਤੀ, ਜਿਹਨੇ ਬੇਅਦਬੀ ਕਰਾਈ, ਤੇ ਜਿਹਨੂੰ ਬੇਅਦਬੀ ਦੇ ਦੋਸ਼ੀਆਂ ਦਾ ਪਤਾ ਸੀ ਪਰ ਜਿਹਨੇ ਕਾਰਵਾਈ ਨਹੀਂ ਕੀਤੀ, ਉਹਦਾ ਕੱਖ ਨਾ ਰਹੇ। ਸੁਖਬੀਰ ਬਾਦਲ ਤਾਂ ਕਹਿੰਦੇ ਨੇ ਨਾ ਕਿ ਅਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਲੱਭ ਲੈਣਾ ਸੀ, ਅਸੀਂ ਉਹਨਾਂ ਨੂੰ ਸਜ਼ਾਵਾਂ ਦੇ ਦੇਣੀਆਂ ਸੀ, ਸਾਡੇ ਉੱਪਰ ਦਬਾਅ ਬਣਾ ਦਿੱਤਾ ਗਿਆ, ਜਿਵੇਂ ਤੁਸੀਂ ਗੱਲ ਪਹਿਲਾਂ ਹੀ ਕਰ ਚੁੱਕੇ ਹੋ। ਉਹ ਇਹ ਵੀ ਕਹਿੰਦੇ ਨੇ ਕਿ ਕਾਂਗਰਸ ਕੋਲ 5 ਸਾਲ ਸੀ, ਜੇਕਰ ਕਾਂਗਰਸ ਨੂੰ ਪਤਾ ਸੀ ਤਾਂ ਕਾਂਗਰਸ ਕਿਉਂ ਨਹੀਂ ਕਰ ਸਕੀ ਬੇਅਦਬੀ ਦੇ ਦੋਸ਼ੀਆਂ ਦਾ ਹੱਲ? ਕਾਂਗਰਸ ਦੀ ਸਰਕਾਰ ਕਦੋਂ ਆਈ ਹੈ? ਕੈਪਟਨ ਅਮਰਿੰਦਰ ਸਿੰਘ ਤਾਂ ਬਾਦਲਾਂ ਦਾ ਇੱਕੋ ਹੀ ਚੀਜ਼ ਸੀ। ਸੁਖਬੀਰ ਬਾਦਲ ਦੀ ਸਰਕਾਰ ਤਾਂ ਗਈ ਨਹੀਂ। ਪਹਿਲਾਂ 5 ਸਾਲ ਸੁਖਬੀਰ ਬਾਦਲ ਦੀ ਸਰਕਾਰ ਰਹੀ, ਉਸ 10 ਸਾਲ, ਉਸ ਤੋਂ ਬਾਅਦ 5 ਸਾਲ ਜਦੋਂ ਕੈਪਟਨ ਦੀ ਆਈ ਹੈ, 4.5 ਸਾਲ ਕੈਪਟਨ ਤੇ, ਇਹ ਤਾਂ ਇੱਕੋ ਹੀ ਚੀਜ਼ ਸੀ। ਰੂਸਾ ਆਲਮ ਪਲੱਸ ਉਹਨਾਂ ਦਾ ਜਿਹੜੇ ਉਹ ਸੀ ਆਪਣੇ ਐਡਵੋਕੇਟ ਜਨਰਲ, ਪਲੱਸ ਉਹਨਾਂ ਦੇ ਪੁਲਿਸ ਵਾਲੇ ਜਿਹੜੇ ਡੀਜੀਪੀ, ਉਹ ਸਾਰੇ ਕਾਲਾ ਮਾਲਾ ਸੁਖਬੀਰ ਬਾਦਲ ਜੀ, ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਸੀ। ਆ ਤਾਂ 111 ਦਿਨਾਂ 'ਚ ਜਿਹੜੀ ਉਹ ਚੰਨੀ ਨੇ ਕੰਮ ਕੀਤੇ ਹੈ। ਜਿਹੜਾ ਕੈਪਟਨ ਜਿਹੜਾ ਸੀ, ਉਹ ਇਹ ਕਹਿ ਲਓ ਤੁਸੀਂ ਵੀ ਉਹ ਉਹਦੇ ਤੇ ਲੇਬਲ ਕਾਂਗਰਸ ਦਾ ਸੀ, ਪਰ ਇਹ ਵੀ ਹੈ ਨਾਲ ਗੱਲ ਕਿ ਚੰਨੀ ਹੁਰੀ ਮੰਤਰੀ ਸੀ, ਇਹਨਾਂ ਨੇ ਕੱਖ ਨਹੀਂ ਕਿਹਾ। ਕਿਸੇ ਨੇ ਨਹੀਂ ਇਹ ਕਿਹਾ ਕਿ ਤਗੜੇ ਹੋ ਕੇ ਤੁਸੀਂ ਕਾਰਵਾਈਆਂ ਕਰੋ। ਸਾਰੇ ਬੰਦੇ ਕੈਪਟਨ ਦੇ ਡਰ ਤੋਂ ਚੁੱਪ ਬੈਠੇ ਰਹੇ ਕਿ ਸਾਡਾ ਆਪਣਾ ਤੋਰੀ ਫੁਲਕਾ ਚੱਲੀ ਜਾਂਦਾ, ਅਸੀਂ ਕੀ ਕਹਿਣਾ। ਤੁਹਾਨੂੰ ਕੀ ਲੱਗਦਾ ਹੈ ਆਮ ਆਦਮੀ ਪਾਰਟੀ
ਪੰਜਾਬ ਦੇ ਲੋਕਾਂ ਦੇ ਨਾਲ, ਸਿੱਖਾਂ ਦੇ ਨਾਲ ਨਿਆਂ ਕਰੇਗੀ ਬੇਅਦਬੀ ਮਾਮਲੇ ਦੇ ਉੱਪਰ? ਕਿਉਂਕਿ ਲੋਕ ਸਵਾਲ ਕਰ ਰਹੇ ਨੇ ਕਿ ਨਿਆਂ ਕਿਵੇਂ ਹੋਏਗਾ, ਪ੍ਰੋਫੈਸਰ ਭੁੱਲਰ ਦੀ ਰਿਹਾਈ ਦਾ ਮਾਮਲਾ ਕੇਜਰੀਵਾਲ ਦੇ ਵੱਲੋਂ ਹੀ ਲਟਕਾਇਆ ਗਿਆ ਹੈ। ਹੁਣ ਤਾਂ ਇਹ ਗੱਲ ਵੀ ਸਾਬਤ ਹੋ ਗਈ ਹੈ ਕਿ ਪ੍ਰੋਫੈਸਰ ਸਾਹਿਬ ਦੀ ਜਿਹੜੀ ਦਿੱਲੀ ਦੀ ਸਰਕਾਰ ਹੈ ਨਾ ਜੀ, ਉਹ ਐਲਜੀ ਤੋਂ ਬਿਨਾਂ ਨਹੀਂ ਚੱਲ ਸਕਦੀ। ਉਹਨਾਂ ਦੇ ਤਾਂ ਉਹ ਜਿਹੜੀ ਉਹਨਾਂ ਨੂੰ ਵਾਰ-ਵਾਰ ਤੰਗ ਕਰਨ ਲਈ ਇਹੋ ਜਿਹੇ ਬੰਦੇ ਲਾਏ ਜਾਂਦੇ ਆ ਕੇਜਰੀਵਾਲ ਸਰਕਾਰ ਨੂੰ ਤੰਗ ਕਰਨ ਲਈ ਕਿ ਉਹਨਾਂ ਨੂੰ ਸੁਪਰੀਮ ਕੋਰਟ 'ਚ ਜਾਣਾ ਪੈਂਦਾ ਹੈ ਆਪਣੇ ਕੰਮ ਕਰਾਉਣ ਲਈ। ਜਿਹੜੇ ਮੇਰੇ ਪੰਥਕ ਭਰਾ ਇਹ ਸਮਝਦੇ ਹੈ ਕਿ ਆਮ ਆਦਮੀ ਦੀ ਸਰਕਾਰ ਪੰਥਕ ਮਾਮਲਿਆਂ ਤੇ ਨਹੀਂ ਕਰੂਗੀ, ਉਹਨਾਂ ਨੂੰ ਮੈਂ ਸਮਝਾ ਦੇਣਾ ਚਾਹੁੰਦਾ ਹੈ ਕਿ ਆਮ ਆਦਮੀ ਦੀ ਸਰਕਾਰ ਬਣਦੇ ਸਾਰ ਜੇ ਭਗਵੰਤ ਮਾਨ ਜੀ 2-3 ਮਹੀਨਿਆਂ ਦੇ ਅੰਦਰ ਐਕਸ਼ਨ ਨਾ ਕਰਨ, ਮੈਨੂੰ ਨੀਵੇਂ ਥਾਂ ਬਿਠਾ ਦਿਓ। ਇਹ ਆਮ ਆਦਮੀ ਹੀ ਹੈ ਜਿਹਦੀ ਉਹਨਾਂ ਨਾਲ ਕੋਈ ਸੈਟਿੰਗ ਨਹੀਂ, ਜਿਹਦੀ ਉਹਨਾਂ ਨਾਲ ਕੋਈ ਰਿਲੇਸ਼ਨ ਨਹੀਂ, ਨਾ ਅਕਾਲੀਆਂ ਨਾਲ ਨਾ ਕਾਂਗਰਸੀਆਂ ਨਾਲ ਕੋਈ ਅੰਡਰਹੈਂਡ ਡੀਲਿੰਗ ਨਹੀਂ। ਇਹ ਮੈਂ ਤੁਹਾਨੂੰ ਦੱਸਦਾ। ਬਾਕੀ ਇਹਨਾਂ ਦੀ ਮਿਲੀ ਭੁਗਤ ਹੈ ਸਾਰਿਆਂ ਦੀ। ਮੈਂ 2 ਸਵਾਲ ਤੁਹਾਨੂੰ ਹੋਰ ਕਰਨਾ ਚਾਹੂੰਗਾ। ਇੱਕ ਤਾਂ ਇਹ ਕਿ ਨਵਜੋਤ ਸਿੰਘ ਸਿੱਧੂ ਤੇ ਬਿਕਰਮਜੀਤ ਮਜੀਠੀਆ ਆਮੋ ਸਾਹਮਣੇ ਨੇ, ਤੁਹਾਨੂੰ ਕੀ ਲੱਗਦਾ ਹੈ ਦੋਨਾਂ ਦੇ ਵਿੱਚੋਂ ਕੌਣ ਬਾਜੀ ਮਾਰੇਗਾ, ਕੌਣ ਜਿੱਤ ਹਾਸਲ ਕਰੇਗਾ? ਕਿਉਂਕਿ ਜੇਕਰ ਨਵਜੋਤ ਸਿੰਘ ਸਿੱਧੂ ਜਿੱਤਦੇ ਨੇ, ਉਹਨਾਂ ਦਾ ਸਿਆਸੀ ਕੱਦ ਹੋਰ ਵਧੇਗਾ। ਕਿਤੇ ਨਾ ਕਿਤੇ ਚਰਚਾ ਚੱਲ ਰਹੀ ਹੈ ਕਿ ਮਜੀਠੀਆ ਦਾ ਸਿਆਸੀ ਭਵਿੱਖ ਜਿਹੜਾ ਉਹ ਦਾਅ 'ਤੇ ਲੱਗਾ ਹੋਇਆ। ਕੋਈ ਇਹ ਕਹਿ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਹੁਣ ਸਾਰੇ ਪਾਰਟੀਆਂ ਘੇਰਾਬੰਦੀ ਕਰ ਰਹੀਆਂ ਨੇ ਰਲ ਮਿਲ ਕੇ ਕਿ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਭਵਿੱਖ ਜਿਹੜਾ ਉਹ ਪੂਰੀ ਤਰ੍ਹਾਂ ਦਾਅ 'ਤੇ ਲੱਗ ਚੁੱਕਿਆ। ਚਰਚਾ ਇਸ ਗੱਲ ਦੀ ਵੀ ਹੈ ਕਿ ਬਹੁਤ ਸਾਰੇ ਕਾਂਗਰਸੀ ਵੀ ਨਵਜੋਤ ਸਿੰਘ ਸਿੱਧੂ ਨੂੰ ਹਰਾਉਣਾ ਚਾਹੁੰਦੇ ਨੇ। ਤੁਸੀਂ ਕੀ ਸੋਚਦੇ ਹੋ ਸੀ? ਮੈਂ ਇਹ ਸੋਚਦਾ ਜੀ ਕਿ ਦੇਖੋ, ਪਰਮਾਤਮਾ ਨੇ ਕ੍ਰੋਧ ਨੂੰ ਕਿੰਨਾ ਬੁਰਾ ਮੰਨਿਆ, ਗੁੱਸੇ ਨੂੰ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਸ ਕੈਟਾਗਰੀ 'ਚ ਕ੍ਰੋਧ ਨੂੰ ਰੱਖਿਆ। ਜਿਹੜਾ ਕ੍ਰੋਧ ਹੈ ਨਾ, ਉਹ ਬੰਦੇ ਦੀ ਸੋਚ ਖਰਾਬ ਕਰ ਦਿੰਦਾ ਹੈ, ਬੰਦੇ ਨੂੰ ਦੀ ਸਮਝ ਤੇ ਉਹ ਪਰਦਾ ਪਾ ਦਿੰਦਾ ਹੈ। ਨਵਜੋਤ ਸਿੱਧੂ ਨੂੰ ਆਪਦੇ ਗੁੱਸੇ 'ਤੇ ਕਾਬੂ ਨਹੀਂ। ਨਵਜੋਤ ਸਿੱਧੂ ਦਾ ਗੱਲ ਕਰਨ ਦਾ ਲਹਿਜ਼ਾ ਹੀ ਨਹੀਂ ਠੀਕ ਹੈਗਾ। ਉਧਰੋਂ ਮਜੀਠੀਆ ਹੈ ਤਾਂ ਉਹ ਚਿੱਟੇ ਦਾ ਵਪਾਰੀ ਹੈ। ਉੱਥੇ ਸਾਡੀ ਉਮੀਦਵਾਰ ਜਿਹੜੀ ਬੀਬੀ ਹੈ ਆਮ ਆਦਮੀ ਦੀ, ਉਹ ਜਿੱਤੂਗੀ। ਤੁਸੀਂ ਵੇਖਿਓ, ਨਾ ਸਿੱਧੂ ਜਿੱਤੂਗਾ ਨਾ ਉੱਥੇ ਮਜੀਠੀਆ ਜਿੱਤੂਗਾ। ਸਾਡੀ ਆਮ ਆਦਮੀ ਦੀ ਉਮੀਦਵਾਰ ਜਿੱਤੂਗੀ। ਕਿਉਂ? ਉਹਨਾਂ ਨੂੰ ਕਿਉਂ ਨਹੀਂ ਵੋਟ ਪਾਉਣਗੇ? ਸਾਰੇ ਪਾਸੇ ਝਾੜੂ ਦੀ ਹਨੇਰੀ ਹੈ। ਤੁਹਾਨੂੰ ਲੱਗਦਾ ਪੂਰੇ ਪੰਜਾਬ ਦੇ ਵਿੱਚ ਝਾੜੂ ਦੀ ਹਨੇਰੀ ਹੈ? ਹਨੇਰੀ ਤਾਂ ਪਿਛਲੇ ਵਰੇ ਵੀ ਜਦੋਂ ਇਲੈਕਸ਼ਨ ਹੋਈ ਸੀ 5 ਸਾਲ ਪਹਿਲਾਂ, ਉਸ ਸਮੇਂ ਵੀ ਕਹਿੰਦੇ ਸੀ ਝਾੜੂ ਦੀ ਹਨੇਰੀ ਹੈ, ਹੁਣ ਝਾੜੂ ਦੀ ਸਰਕਾਰ ਬਣੇਗੀ, ਪਰ ਨਹੀਂ ਸੀ ਬਣੀ। ਇਸ ਵਾਰ ਤੁਹਾਨੂੰ ਕੀ ਲੱਗਦਾ? ਮੈਂ ਸਮਝਦਾ ਜੀ, ਪਿਛਲੀ ਵਾਰ ਕੀ ਹੋ ਗਿਆ ਕਿ ਪਿਛਲੀ ਵਾਰ ਇਹਨਾਂ ਨੇ ਜਦੋਂ ਦੇਖਿਆ ਕਿ ਕੰਧ ਤੇ ਲਿਖਿਆ ਹੋਇਆ ਝਾੜੂ ਦੀਆਂ ਸੀਟਾਂ 90 ਆ ਰਹੀਆਂ, ਇਹਨਾਂ ਨੇ ਰਲ ਮਿਲ ਕੇ ਜਿਹੜੀ ਸ਼ਹਿਰੀ ਵੋਟ ਸੀ ਉਹਨੂੰ ਡਰਾ ਕੇ, ਉਹਨੂੰ ਡਰਾਇਆ ਗਿਆ, ਇਨਸਿਕਿਉਰ ਫੀਲ ਕਰਾਇਆ ਗਿਆ। ਕੇਜਰੀਵਾਲ ਦੇ ਤਾਂ ਜੀ ਪਤਾ ਨਹੀਂ ਕਿਹੜੇ ਹਾਰਡਲਾਈਨਰ ਨਾਲ ਸੰਬੰਧ ਹੈ, ਕੇਜਰੀਵਾਲ ਸਾਹਿਬ ਉਹਨਾਂ ਦੇ ਘਰੇ ਰਹੇ ਹੈ। ਸਭ ਫਿਕਟੀਸ਼ੀਅਸ, ਸਭ ਬੇਫਜ਼ੂਲ ਗੱਲਾਂ ਕਰਕੇ ਤੇ ਉਹਨਾਂ ਨੇ ਸ਼ਹਿਰਾਂ 'ਚੋਂ ਜਿੰਨੇ ਭਾਜਪਾ ਦੇ ਕੋਲ ਵੋਟ ਸੀ ਉਹਨਾਂ ਨੇ ਕੈਪਟਨ ਅਮਰਿੰਦਰ ਨੂੰ ਪਵਾਈ, ਕਾਂਗਰਸ ਨੂੰ ਪਵਾਈ ਕਿ ਆਮ ਆਦਮੀ ਨਾ ਆ ਜਾਏ। ਇਸ ਵਾਰ ਲੋਕਾਂ ਨੂੰ ਪਤਾ ਹੈ ਕਿ ਪਿਛਲੀ ਵਾਰ ਕੀ ਹੋਇਆ ਸੀ, ਇਸ ਕਰਕੇ ਲੋਕ ਪਹਿਲਾਂ ਹੀ ਸੁਚੇਤ ਨੇ। ਇਸ ਵਾਰ ਮੈਂ ਲਿਖ ਕੇ ਦਿੰਦਾ, ਆਮ ਆਦਮੀ ਦੀ ਸਰਕਾਰ ਬਣੂਗੀ। ਪੰਜਾਬ ਦੇ ਲੋਕਾਂ ਦੀ ਭਾਵਨਾ ਹੈ, ਇਹ ਮੇਰੀ ਨਹੀਂ ਜਾਂ ਤੁਹਾਡੀ ਨਹੀਂ, ਇਹ ਗਲੀ ਤੇ ਤੁਰਦੇ ਹੋਏ ਬੰਦੇ ਦੀ ਹੈ, ਇਹ ਕਚਹਿਰੀਆਂ 'ਚ ਬੈਠੇ ਵਕੀਲਾਂ ਦੀ ਹੈ, ਇਹ ਖੇਤ 'ਚ ਕੰਮ ਕਰਦੇ ਕਿਸਾਨਾਂ ਦੀ ਭਾਵਨਾ ਹੈ। ਲੋਕ ਤੁਹਾਡੇ ਤੇ ਵੀ ਸਵਾਲ ਕਰ ਰਹੇ ਨੇ, ਕਹਿੰਦੇ ਕਿ ਹਵਾ ਦਿਖ ਰਹੀ ਹੈ ਬੱਬੀ ਬਾਦਲ ਨੂੰ ਆਮ ਆਦਮੀ ਪਾਰਟੀ ਦੀ, ਇਸ ਕਰਕੇ ਹੁਣ ਸੱਤਾ ਦਾ ਸੁੱਖ ਭੋਗਣ ਦੇ ਲਈ ਵੀ ਚਲੋ ਕੁਝ ਨਾ ਕੁਝ ਜੇ ਸਰਕਾਰ ਬਣਦੀ ਹੈ ਤਾਂ ਕੁਝ ਨਾ ਕੁਝ ਲਾਭ ਹੋਏਗਾ, ਹੁਣ ਇਸ ਪਾਸੇ ਆ ਗਏ ਨੇ। ਦੇਖੋ, ਸਿਆਸਤ ਵਿੱਚ ਨਾ ਸਾਰਿਆਂ ਨੂੰ ਤਾਂ ਖੁਸ਼ ਆਪਾਂ ਕਰ ਨਹੀਂ ਸਕਦੇ, ਲੇਕਿਨ ਤੁਸੀਂ ਨਾ ਤਾਂ ਮੈਂ ਕੋਈ ਸ਼ਰਤ ਰੱਖੀ, ਨਾ ਮੈਂ ਕੋਈ ਅਹੁਦਾ ਲਿਆ, ਮੈਨੂੰ ਹਵਾ ਨਹੀਂ ਦਿਖ ਰਹੀ। ਮੈਂ ਚਾਹੁੰਦਾ ਕਿ ਇਸ ਹਨੇਰੀ ਦੇ ਵਿੱਚ ਮੈਂ ਵੀ ਸੱਚ ਦੇ ਨਾਲ ਖੜਾ। ਮੇਰੀ ਭਾਵਨਾ ਹੈ, ਮੇਰੇ ਨਾਲ ਜਿਹੜਾ ਮੇਰਾ ਸਿਆਸੀ ਪਰਿਵਾਰ ਹੈ ਉਹਦੀ ਭਾਵਨਾ ਹੈ। ਜੇ ਮੈਂ ਉਹਨਾਂ ਦਾ ਵੀ ਹੁਕਮ ਨਾ ਮੰਨੂਗਾ, ਕੱਲ ਨੂੰ ਉਹ ਮੇਰੇ ਨਾਲ ਕਿਵੇਂ ਖੜਨਗੇ ਵਿਚਾਰੇ? ਉਹ ਸਾਰੇ ਲੋਕ ਮੇਰੇ ਨਾਲ ਖੜੇ ਹੈ, ਉਹ ਉਹਨਾਂ ਦਾ ਫਰਮਾਨ ਸੀ ਵੀ ਤੁਸੀਂ ਇਹ ਕਰੋ ਜੀ, ਇਹ ਕੰਮ। ਮੈਂ ਕਿੱਦਾਂ ਨਾ ਕਰ ਸਕਦਾ ਸੀ? ਮੈਂ ਕੀ ਚੀਜ਼ ਹਾਂ ਜੀ? ਸੋ ਮੈਂ ਇਸ ਕਰਕੇ ਦੱਸਦਾ
ਇਹ ਜਿਹੜੀਆਂ ਇਹ ਕਿਆਸ ਰਹੀਆਂ ਆ ਕਿ ਬੱਬੀ ਬਾਦਲ ਨੂੰ ਪਤਾ ਨਹੀਂ ਕੀ ਮਿਲਣਾ ਜਾਂ ਫਲਾਨਾ, ਮੈਨੂੰ ਪਤਾ ਹੈ ਮੈਂ ਨਾ ਘਸਾਕ ਹੈ ਨਾ ਮੈਨੂੰ ਕੁਝ ਮਿਲਣਾ, ਮੈਂ ਤਾਂ ਆਮ ਆਦਮੀ ਦਾ ਸਿਪਾਹੀ ਹਾਂ। ਇਹ ਸਰਕਾਰ ਬਣਾ ਕੇ ਮੈਂ ਤਾਂ ਮਾਫੀਆ ਉੱਜੜਦਾ ਦੇਖਣਾ, ਮੈਂ ਤਾਂ ਜੋ ਟੀਵੀ ਤੇ ਬਹਿ ਕੇ ਇਹ ਦੇਖਣਾ ਹੈ ਵੀ ਆਹ ਵੀ ਫੜ ਲਿਆ, ਆਹ ਵੀ ਫੜ ਲਿਆ, ਆਹ ਪਰਦਾ ਫਾਸ਼ ਹੋ ਗਿਆ, ਆ ਮਾਫੀਆ ਦੀ ਜੜ ਪੱਟੀ ਗਈ, ਸਮਝੋ ਮੇਰੀ ਤਨਖਾਹ ਮਿਲ ਗਈ। ਆਖਰੀ ਸਵਾਲ ਕਰਦਾ ਮੈਂ, ਤੁਸੀਂ ਮਾਫੀਆ ਦੀ ਗੱਲ ਕੀਤੀ, 10 ਸਾਲ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਤੁਸੀਂ ਨਾਲ ਸੀਗੇ, ਤੁਹਾਨੂੰ ਕੀ ਲੱਗਦਾ ਹੈ ਕਿਹੜੇ-ਕਿਹੜੇ ਮਾਫੀਆ ਦੇ ਵਿੱਚ ਇਨਵੋਲਵ ਨੇ? ਬਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਤਾਂ ਨਸ਼ਾ ਤਸਕਰੀ ਦੇ ਆਰੋਪ ਲੱਗੇ ਹੋਏ ਨੇ, ਉਹਨਾਂ ਨੂੰ ਰਾਹਤ ਮਿਲੀ ਹੈ ਕੁਝ ਸਮੇਂ ਦੇ ਲਈ ਇਲੈਕਸ਼ਨ ਤੱਕ, ਤੁਹਾਨੂੰ ਕੀ ਲੱਗਦਾ ਕਿਹੜੇ-ਕਿਹੜੇ ਬੰਦੇ ਅੰਦਰ ਹੋਣੇ ਚਾਹੀਦੇ ਨੇ? ਦੇਖੋ, ਮੈਂ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਂ ਨਹੀਂ ਲੈਣਾ ਚਾਹੁੰਦਾ, ਪਰ ਮੈਨੂੰ ਇਹ ਜ਼ਰੂਰ ਮਹਿਸੂਸ ਹੁੰਦਾ ਹੈ ਕਿ ਪੰਥਕ ਕਹਾਉਣ ਵਾਲੀ ਸਰਕਾਰ ਵਿੱਚ ਮਾਫੀਆ ਪੈਦਾ ਹੋਇਆ। ਹਾਂਜੀ, ਤੁਸੀਂ ਦੇਖੋ ਰੇਤਾ ਹੈ, ਰੇਤੇ ਦੀ ਇੰਨੀ ਕਮਾਈ, ਜਿਵੇਂ ਆਪਾਂ ਨੂੰ ਹੁਣ ਪਤਾ ਹੀ ਹੈ ਕਿ ਬਾਕੀ ਸੂਬੇ ਕਿੰਨੀ ਕਮਾਈ ਲੈਂਦੇ ਆ, ਉਹ ਰੇਤੇ ਦੀ ਸਾਰੀ ਕਮਾਈ ਕਿੱਥੇ ਜਾਂਦੀ ਸੀ, ਕਿਹਦੇ ਕੋਲ ਜਾਂਦੀ ਸੀ? ਆਹ ਜਿਹੜੀ ਪੰਜਾਬ ਦੀ ਟਰਾਂਸਪੋਰਟ ਹੈ ਇਹ ਘਾਟੇ 'ਚ ਕਿੱਦਾਂ ਚਲੀ ਗਈ? ਇਹ ਜਿਹੜੇ ਕਹਿੰਦੇ ਨੇ ਕਿ ਸਾਡੀ 1952 ਤੋਂ ਟਰਾਂਸਪੋਰਟ ਚੱਲਦੀ ਹੈ, ਉਹ ਜਿਹੜੀਆਂ 2 ਬੱਸਾਂ ਚੱਲਦੀਆਂ ਸੀ ਉਹਨਾਂ ਨੂੰ ਤੁਸੀਂ ਟਰਾਂਸਪੋਰਟ ਕਹਿੰਦੇ ਹੋ, ਤੇ ਅੱਜ ਜਿਹੜੀਆਂ ਤੁਹਾਡੀਆਂ 1500 ਬੱਸਾਂ ਹੋ ਗਈਆਂ ਉਹ ਕੀ ਹੈ? ਹਾਂਜੀ, ਤੁਸੀਂ ਇਹ ਵੀ ਦੱਸੋ ਨਾ ਕਿ ਪਹਿਲਾਂ ਸਾਡੀ 1952 'ਚ 2 ਬੱਸਾਂ ਸੀ, ਫਿਰ ਸਾਡੀ ਸਰਕਾਰ ਬਣੀ, ਉਦੋਂ ਬਾਅਦ ਸਾਡੀਆਂ ਇੰਨੀਆਂ ਹੋ ਗਈਆਂ, ਫਿਰ ਉਸ ਤੋਂ ਬਾਅਦ ਸਾਡੀ ਦੁਬਾਰਾ ਬਣੀ, ਫਿਰ ਸਾਡੀਆਂ ਡਬਲ ਹੋ ਗਈਆਂ। ਇਹ ਸਾਰੀ ਤੱਥ ਕਿਉਂ ਨਹੀਂ ਲੋਕਾਂ ਦੇ ਅੱਗੇ ਹੋਣੇ ਚਾਹੀਦੇ? ਇਹ ਹੋਣੇ ਚਾਹੀਦੇ ਆ, ਮੈਂ ਸਮਝਦਾ ਲੋਕਾਂ ਨੂੰ ਪਤਾ ਹੋਣਾ ਚਾਹੀਦਾ। ਧੰਨਵਾਦ ਬੱਬੀ ਜੀ, ਤੁਸੀਂ ਸਮਾਂ ਕੱਢਿਆ, ਗੱਲਬਾਤ ਕੀਤੀ। ਬਹੁਤ ਮਿਹਰਬਾਨੀ। ਇਹ ਸਨ ਬੱਬੀ ਬਾਦਲ, ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ। ਇਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਹਨਾਂ ਨੇ ਇਸ ਕਰਕੇ ਛੱਡਿਆ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਹਿੱਤਾਂ ਦੀ ਗੱਲ ਕਰਨੀ ਬੰਦ ਕਰ ਦਿੱਤੀ ਸੀ। ਫਿਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਪਾਰਟੀ ਵਿੱਚ ਆਏ, ਉਹ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਵਿੱਚ ਰਲੇਵਾ ਹੋ ਗਿਆ। ਹੁਣ ਜਦੋਂ ਢੀਂਡਸਾ ਪਰਿਵਾਰ ਬੀਜੇਪੀ ਦੇ ਨਾਲ ਜਾ ਕੇ ਖੜ ਗਿਆ ਹੈ ਤੇ ਰਣਜੀਤ ਸਿੰਘ ਬ੍ਰਹਮਪੁਰਾ ਵਾਪਸ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚਲੇ ਗਏ ਨੇ, ਬਾਦਲ ਪਰਿਵਾਰ ਦੇ ਨਾਲ ਚਲੇ ਗਏ ਨੇ, ਤਾਂ ਇਹ ਕਹਿੰਦੇ ਨੇ ਕਿ ਹੁਣ ਆਮ ਆਦਮੀ ਪਾਰਟੀ ਪੰਜਾਬ ਦਾ ਭਵਿੱਖ ਸਵਾਰ ਸਕਦੀ ਹੈ। ਇਹਨਾਂ ਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਹੁਣ ਪੰਜਾਬ ਦੇ ਭਵਿੱਖ ਲਈ ਕੁਝ ਕਰੇਗੀ, ਇਸ ਕਰਕੇ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਹੈ। ਕਿਸੇ ਤਰ੍ਹਾਂ ਦੀ ਕੋਈ ਮੰਗ ਨਹੀਂ, ਕਿਸੇ ਫਾਇਦੇ ਨੂੰ ਨਹੀਂ ਸੋਚਿਆ, ਕਿਸੇ ਟਿਕਟ ਦੀ ਕੋਈ ਮੰਗ ਨਹੀਂ ਰੱਖੀ। ਇਹਨਾਂ ਨੇ ਬਿਨਾਂ ਕਿਸੇ ਮੰਗ ਤੋਂ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਹੈ ਕਿਉਂਕਿ ਇਹ ਪੰਜਾਬ ਦਾ ਭਵਿੱਖ ਉਜਲ ਹੁੰਦਾ ਹੋਇਆ ਦੇਖਣਾ ਚਾਹੁੰਦੇ ਨੇ। ਕੈਮਰਾਮੈਨ ਪਰਮਿੰਦਰ ਦੇ ਨਾਲ ਰਣਦੀਪ ਸਿੰਘ ਦਾ ਅਨਮਿਊਟ, ਮੋਹਾਲੀ।